ਧੋਤੀ ਖੋਲ ਵਿਛਾਏ ਹੇਠ, ਘਰ ਤਪ ਵਾਂਗੂ ਲਾਹੇ ਪੇਟ। ਦਿਨ ਕਰਤੂਤੀ ਮੁਕਤ ਨ ਪਾਈਐ, ਮੁਕਤ ਪਦਾਰਥ ਨਾਮ ਧਿਆਈਐ। ਰਹਾਉ ਪੂਜਾ ਤਿਲਕ ਕਰਤ ਇਸ਼ਨਾਨਾ, ਪੂਜਾ ਤਿਲਕ ਕਰਤ ਇਸ਼ਨਾਨਾ। ਛੁਰੀ ਕਾਢ ਲੇਵੇ ਹੱਥ ਦਾਨਾ, ਵੇਦ ਪੜੇ ਮੁਖ ਮੀਠੀ ਬਾਣੀ। ਜੀਆਂ ਕੋਹਤ ਨ ਸੰਗੈ ਪਰਾਣੀ, ਕਹੋ ਨਾਨਕ ਜਿਸ ਕਿਰਪਾ ਧਾਰੈ। ਹਿਰਦਾ ਸੁਧ ਬ੍ਰਹਮ ਵਿਚਾਰੈ, ਕਹੋ ਨਾਨਕ ਜਿਸ ਕਿਰਪਾ ਧਾਰੈ। ਹਿਰਦਾ ਸੁਧ ਬ੍ਰਹਮ ਵਿਚਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀਓ, ਪਿਛਲੇ ਹਫ਼ਤੇ ਦੌਰਾਨ ਜਿੱਥੇ ਮਾਤ ਭਾਸ਼ਾ ਦਿਵਸ ਵਿਸ਼ਵ ਪੱਧਰ ਤੇ ਸੈਲੀਬ੍ਰੇਟ ਕੀਤਾ ਗਿਆ, ਉੱਥੇ ਸਿੱਖ ਇਤਿਹਾਸ ਦੇ ਵਿੱਚੋਂ ਨਨਕਾਣਾ ਸਾਹਿਬ ਦਾ ਉਹ ਮਹਾਨ ਸਾਕਾ, ਜਿਹਦੇ ਵਿੱਚ ਲਗਭਗ 150-200 ਸਿੱਖ ਸ਼ਹੀਦ ਕੀਤੇ ਗਏ। ਜਿਹੜਾ ਸ਼ਬਦ ਤੁਹਾਡੇ ਸਨਮੁਖ ਲਿਆ ਗਿਆ ਹੈ, ਇਹ ਪੁਜਾਰੀ ਦੀ ਫਿਤਰਤ ਦਰਸਾਉਣ ਵਾਲਾ ਸ਼ਬਦ ਹੈ। ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਹੈ, ਇਹ ਪੁਜਾਰੀਵਾਦ ਦੀ ਸਿਖਰ ਹੈ। ਮਹੰਤ ਨਰੈਣ ਦਾਸ, ਉਹ ਇੱਕ ਪੁਜਾਰੀ ਸੀ। ਪੁਜਾਰੀ ਦੀ ਫਿਤਰਤ ਕੀ ਹੁੰਦੀ ਹੈ ਤੇ ਪੁਜਾਰੀ ਕਿਸ ਹੱਦ ਤੱਕ ਜਾ ਸਕਦਾ ਹੈ। ਨਨਕਾਣਾ ਸਾਹਿਬ ਦਾ ਸਾਕਾ ਪੁਜਾਰੀ ਦੀ ਹੱਦ ਹੈ। ਇਹ ਗੁਰਬਾਣੀ ਦੇ ਅਨੁਸਾਰ, ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਪੁਜਾਰੀ ਦੀ ਫਿਤਰਤ ਇਸ ਸ਼ਬਦ ਵਿੱਚ ਬਿਆਨ ਕੀਤੀ ਗਈ ਹੈ। ਆਪਾਂ ਦੋਵੇਂ ਪੱਖਾਂ ਨੂੰ ਰਲਾ ਮਿਲਾ ਕੇ ਵਿਚਾਰਨ ਦਾ ਯਤਨ ਕਰਾਂਗੇ। ਆਓ ਪਿਆਰ ਦੇ ਨਾਲ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ। ਸ਼ਰਧਾ ਸਹਿਤ ਗੁਰੂ ਚਰਨਾਂ ਦੇ ਵਿੱਚ ਸੀਸ ਨਵਾਉਂਦੇ ਹੋਏ ਇੱਕ ਵਾਰੀ ਰਸਨਾ ਕਰੋ। ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਤੌਰ ਤੇ ਜਦੋਂ ਅਸੀਂ ਧਰਮ ਦੀ ਗੱਲ ਕਰੀਏ ਤਾਂ ਧਰਮ ਦਾ ਅਰਥ ਅਸੀਂ ਭੁਲੇਖੇ ਵਸ ਮੰਨ ਲੈਂਦੇ ਹਾਂ। ਧੋਤੀ, ਬੋਤੀ, ਤਿਲਕ, ਜਨੇਊ, ਕੱਛ, ਕੰਘਾ, ਕਿਰਪਾਨ, ਮੋਢੇ ਤੇ ਮੁਸੱਲਾ, ਲਵਾਂ, 5 ਨਮਾਜ਼ਾਂ, ਆਰਤੀਆਂ, ਵਰਤ, ਨੇਮ, ਇਸ਼ਨਾਨ ਆਦਿ। ਜਦ ਕਿ ਧਰਮ ਦੀ ਜਦੋਂ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਤੇ ਧਰਮ ਦਾ ਅਰਥ ਹੈ ਮੁਕਤ ਹੋਣਾ। ਕਾਹਦੇ ਤੋਂ ਮੁਕਤ ਹੋਣਾ? ਆਪਣੀਆਂ ਬੁਰਾਈਆਂ ਤੋਂ, ਅਵਗੁਣਾਂ ਤੋਂ, ਝੂਠ ਤੋਂ, ਭੈੜੇ ਸੁਭਾਅ ਤੋਂ, ਵਿਕਾਰਾਂ ਤੋਂ। ਜਿੰਨੀਆਂ ਵੀ ਬੁਰੀਆਂ ਆਦਤਾਂ ਨੇ, ਉਹਨਾਂ ਆਦਤਾਂ ਤੋਂ ਖਹਿੜਾ ਛਡਾਉਣਾ ਤੇ ਉਹਨਾਂ ਬੁਰੀਆਂ ਆਦਤਾਂ ਤੋਂ ਖਹਿੜਾ ਛਡਾਉਣ ਦੀ ਜਿਹੜੀ ਪ੍ਰੈਕਟਿਸ ਹੈ, ਉਹਦਾ ਨਾਮ ਧਰਮ ਹੈ। ਇਹ ਜਿਹੜੀ ਬੁਰੀਆਂ ਆਦਤਾਂ ਤੋਂ ਮੁਕਤੀ ਹੈ, ਸਿੱਖ ਧਰਮ ਦੇ ਵਿੱਚ ਇਹਨੂੰ ਜੀਵਨ ਮੁਕਤ ਕਿਹਾ ਗਿਆ ਹੈ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਾਹਿ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜੀਵਨ ਮੁਕਤੀ ਕਿਵੇਂ ਮਿਲਦੀ ਹੈ?
ਅੱਜ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਬਿਨ ਕਰਤੂਤੀ ਮੁਕਤ ਨਾ ਪਾਈਏ। ਕਰਤੂਤ ਆਪਾਂ ਕਈ ਵਾਰ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਇਹ ਪੰਕਤੀਆਂ ਪੜ੍ਹਦੇ ਹਾਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਸਰੀਰ ਜਿਹੜਾ ਹੈ ਉਹ ਮਨੁੱਖਾਂ ਵਰਗਾ ਹੈ ਤੇ ਜਿਹੜੀਆਂ ਆਦਤਾਂ ਨੇ ਉਹ ਪਸ਼ੂਆਂ ਵਰਗੀਆਂ ਨੇ। ਪਸ਼ੂਆਂ ਵਰਗੀਆਂ ਆਦਤਾਂ ਕਿਵੇਂ? ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ, ਮੁਰਦਾਰ, ਪਰ ਨਿੰਦਾ, ਪਰ ਮਨ ਮੁਖ ਸੁੱਧੀ, ਅਗਨ ਕ੍ਰੋਧ, ਚੰਡਾਲ। ਜਦੋਂ ਪਸ਼ੂਆਂ ਦੀ ਗੱਲ ਕਰੀਏ ਤੇ ਪਸ਼ੂਆਂ ਦੇ ਭੈੜੇ ਸੁਭਾਅ ਦੇ ਵਿੱਚੋਂ ਬਹੁਤ ਗੱਲਾਂ ਕੀਤੀਆਂ ਗਈਆਂ ਨੇ। ਜਿਵੇਂ ਸੁਖਮਨੀ ਸਾਹਿਬ ਸਾਨੂੰ ਦਰਸਾਉਂਦੇ ਨੇ ਕਿ ਗਰਦਪ ਪ੍ਰੀਤ ਭਸਮ ਸੰਗ ਹੋਏ। ਗਧੇ ਦੀ ਪ੍ਰੀਤੀ ਕਾਹਦੇ ਨਾਲ ਹੁੰਦੀ ਹੈ? ਮਿੱਟੀ ਨਾਲ। ਗਧਾ ਨਹਾ ਵੀ ਲਵੇ ਤੇ ਉਹ ਫਿਰ ਮਿੱਟੀ ਦੇ ਵਿੱਚ ਲੇਟੜੀਆਂ ਮਾਰ ਕੇ ਫੇਰ ਗੰਦਾ ਹੋ ਜਾਂਦਾ ਹੈ। ਕੁੱਤੇ ਦੀ ਉਦਾਹਰਨ ਬਾਣੀ ਵਿੱਚ ਕਈ ਵਾਰ ਲਾਲਚ ਦੇ ਤੌਰ ਤੇ ਦਰਸਾਈ ਗਈ ਕਿ ਰੱਜਿਆ ਪੁੱਜਿਆ ਹੋਣ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਨੇ ਦੁਆਰੇ ਦੁਆਰ ਸਵਾਨ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ। ਜਦੋਂ ਗੱਲ ਪਾਪੀ ਬੰਦੇ ਦੀ ਕੀਤੀ ਗਈ, ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰਿਆ ਜੈ ਗੰਧ ਤੈ ਜਾਏ। ਮੱਖੀ ਕਿੱਥੇ ਜਾ ਕੇ ਬੈਠੀ ਹੈ? ਗੰਧ ਦੇ ਉੱਪਰ। ਕਾਂ ਦੀ ਗੱਲ ਬਾਣੀ ਦੇ ਵਿੱਚ ਕੀਤੀ ਗਈ, ਬਗਲੇ ਦੀ ਗੱਲ ਕੀਤੀ ਗਈ। ਬਗਲਾ ਵੇਖਣ ਨੂੰ ਚਿੱਟ ਕੱਪੜੀਆ, ਵੇਖਣ ਨੂੰ ਧਰਮੀ ਲੱਗਦਾ ਹੈ, ਕਈ ਵਾਰ ਤੇ ਅੱਖਾਂ ਬੰਦ ਕਰਕੇ ਪਾਣੀ ਵਿੱਚ ਐਵੇਂ ਬੈਠ ਜਾਂਦਾ ਹੈ, ਇੱਕ ਲੱਤ ਵੀ ਉੱਪਰ ਚੁੱਕ ਲੈਂਦਾ ਹੈ, ਐਵੇਂ ਲੱਗਦਾ ਹੈ ਕਿ ਦੇਖੋ ਕਿੱਡਾ ਵੱਡਾ ਭਗਤ ਹੈ, ਬੰਦਗੀ ਕਰ ਰਿਹਾ ਹੈ। ਪਰ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਉਹ ਕੋਈ ਵਿਚਾਰੀ, ਹੋ ਸਕਦਾ ਹੈ ਕੋਈ ਮੱਛੀ ਜਾਂ ਡੱਡੀ, ਉਹ ਮੱਥਾ ਟੇਕਣੀ ਆਉਂਦੀ ਹੋਵੇ ਕਿ ਚਲੋ ਏਡਾ ਵੱਡਾ ਭਗਤ ਬੈਠਾ ਹੈ, ਇਹਦੇ ਚਰਨਾਂ ਨੂੰ ਹੱਥ ਹੀ ਲਾਈਏ। ਜਦੋਂ ਨੇੜੇ ਆਉਂਦਾ ਹੈ ਤੇ ਐ ਮਾਰ ਕੇ ਉਹ ਲੱਤ ਜਿਹੜੀ ਉੱਪਰ ਚੁੱਕੀ ਹੁੰਦੀ ਉਹਦੇ ਨਾਲ ਹੀ ਦੱਬ ਕੇ ਉਸੇ ਵੇਲੇ ਉਹ ਖਾ ਜਾਂਦਾ ਹੈ। ਮਹਾਰਾਜ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੱਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਮਹਾਰਾਜ ਕਹਿੰਦੇ ਨੇ ਸਰਵਰ ਹੰਸ ਧੁਰੇ ਹੀ ਮੇਲਾ ਖਸਮੇ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਕਾਂ ਤੇ ਬਗਲਾ ਦੋਵਾਂ ਦਾ ਰਿਜ਼ਕ ਕੁਝ ਹੋ ਰਹੀ, ਚੰਗੀ ਚੀਜ਼ ਨਹੀਂ ਖਾਂਦੇ। ਬਗਲਾ ਵੀ ਡੱਡੀਆਂ ਮੱਛੀਆਂ ਖਾਂਦਾ ਤੇ ਕਾਂ ਵੀ ਕੀ ਖਾਂਦਾ? ਕਾਂ ਹਮੇਸ਼ਾ ਗੰਦ ਦੇ ਉੱਪਰ ਜਾ ਕੇ ਡਿੱਗਦਾ। ਬਹੁਤ ਉਦਾਹਰਨਾਂ ਨੇ, ਮੈਂ ਕੇਵਲ ਉਦਾਹਰਨਾਂ ਦੇ ਪਿੱਛੇ ਨਹੀਂ ਪੈਣਾ ਚਾਹੁੰਦਾ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਪਸ਼ੂਆਂ ਵਾਲੀਆਂ ਆਦਤਾਂ ਬੰਦੇ ਵਿੱਚ ਹੋਣ, ਉਹ ਚੀਜ਼ਾਂ ਬੰਦਾ ਖਾਣ ਲੱਗ ਪਵੇ ਜਿਹੜੀਆਂ ਪਸ਼ੂ ਖਾਂਦੇ ਨੇ। ਜਿਵੇਂ ਮੱਖੀਆਂ ਗੰਦ ਤੇ ਜਾ ਕੇ ਬੈਠੀਆਂ ਨੇ, ਜੇ ਬੰਦਾ ਗੰਦੇ ਥਾਵਾਂ ਤੇ ਜਾ ਕੇ, ਜਿੱਥੇ ਗੰਦੇ ਵਿਚਾਰ, ਗੰਦੀ ਡਿਸਕਸ਼ਨ ਹੋ ਰਹੀ ਹੋਵੇ, ਜਿੱਥੇ ਗੰਦਾ ਵੇਖਣ ਨੂੰ ਮਿਲੇ, ਜੇ ਉੱਥੇ ਚਲਿਆ ਜਾਵੇ, ਜੇ ਪਸ਼ੂਆਂ ਵਾਲਾ ਖਾਣਾ ਪੀਣਾ ਰਹਿਣਾ ਸਹਿਣਾ ਵਰਤੋਂ ਵਿਵਹਾਰ ਬਣ ਜਾਏ, ਤੇ ਫਿਰ ਮਹਾਰਾਜ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਬੰਦਾ ਮਾੜਾ ਹੈ ਜਾਂ ਚੰਗਾ ਹੈ ਕਿਹਦੇ ਤੋਂ ਪਤਾ ਲੱਗਦਾ ਹੈ? ਆਦਤਾਂ ਤੋਂ। ਜਿਹੜੇ ਬੰਦੇ ਦੇ ਐਕਸ਼ਨਸ ਨੇ, ਅਸੀਂ ਕੰਮ ਕਿਵੇਂ ਕਰਦੇ ਹਾਂ, ਅਸੀਂ ਸੋਚਦੇ ਕਿਵੇਂ ਹਾਂ, ਅਸੀਂ ਬੋਲਦੇ ਕਿਵੇਂ ਹਾਂ, ਅਸੀਂ ਦੂਜਿਆਂ ਦੇ ਨਾਲ ਵਿਵਹਾਰ ਕਿਵੇਂ ਕਰਦੇ ਹਾਂ। ਜੇ ਅਸੀਂ ਬੁਰੀਆਂ ਆਦਤਾਂ ਤੋਂ, ਬੁਰੇ ਵਿਵਹਾਰ ਤੋਂ ਮੁਕਤ ਹੋਣਾ ਤੇ ਮਹਾਰਾਜ ਕਹਿੰਦੇ ਸਾਨੂੰ ਕਰਤੂਤ ਬਦਲਣੀ ਪਏਗੀ। ਭਾਵ ਕਿ ਆਪਣਾ ਸੁਭਾਅ ਬਦਲਣਾ ਪਏਗਾ, ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਜਦੋਂ ਤੁਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਤੁਸੀਂ ਕੋਸ਼ ਲਓਗੇ, ਮੰਨ ਲਓ ਪੰਜਾਬੀ ਦੀ ਜਿਹੜਾ ਵੱਡਾ ਕੋਸ਼ ਹੈ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ, ਕਰਤੂਤ ਦਾ ਜਾ ਕੇ ਅਰਥ ਪੜ੍ਹੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਕਰਤੂਤ ਦਾ ਅਰਥ ਪੜ੍ਹਨ ਨੂੰ ਮਿਲੇਗਾ ਕੰਮ। ਜਿਹੜੇ ਕੰਮ ਨੇ, ਜਿਹੜੀਆਂ ਆਦਤਾਂ ਨੇ, ਭੈੜੇ ਕੰਮਾਂ ਨੂੰ ਭੈੜੀਆਂ ਕਰਤੂਤਾਂ ਕਹਿੰਦੇ ਨੇ। ਵੈਸੇ ਕਰਤੂਤ ਦਾ ਅਰਥ ਕੰਮ ਹੀ ਹੈ। ਕਰਤੂਤ ਚੰਗੀ ਵੀ ਹੋ ਸਕਦੀ ਹੈ, ਮਾੜੀ ਵੀ ਹੋ ਸਕਦੀ ਹੈ, ਪਰ ਕੁਝ ਸ਼ਬਦਾਂ ਦੀ ਸੈਂਸ ਸਮੇਂ ਦੇ ਨਾਲ ਚੇਂਜ ਹੋ ਜਾਂਦੀ ਹੈ। ਇਸ ਕਰਕੇ ਮਾੜੇ ਕੰਮਾਂ ਨੂੰ ਕਰਤੂਤ ਕਹਿਣ ਲੱਗ ਪਏ। ਆਹ ਚੰਗੀ ਕਰਤੂਤ ਇਹਨੇ ਕੀਤੀ ਹੈ, ਭਾਵ ਕਿ ਮਾੜਾ ਕੰਮ ਕੀਤਾ ਹੈ। ਵੈਸੇ ਕਰਤੂਤ ਦਾ ਅਰਥ ਕੰਮ ਹੀ ਹੈ। ਤੋ ਜਦੋਂ ਬੰਦਾ ਚੰਗੇ ਕੰਮ ਨਹੀਂ ਕਰਦਾ ਤੇ ਉਹ ਮੁਕਤ ਨਹੀਂ ਹੋ ਸਕਦਾ। ਚੰਗੇ ਕੰਮ ਕਰਨ ਦੇ ਨਾਲ ਹੀ ਮੁਕਤ ਹੋਇਆ ਜਾ ਸਕਦਾ ਹੈ। ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀਵੈ ਸਾਈਂ ਦੇ ਦਰਬਾਰ। ਜੇ ਤੂੰ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ, ਭਾਵ ਸਮਾਜ ਦੇ ਵਿੱਚ ਜੇ ਤੂੰ ਪ੍ਰਵਾਨ ਹੋਣਾ ਚਾਹੁੰਦਾ ਹੈ,
ਤੇ ਉਹ ਕੰਮ ਨਾ ਕਰ ਜਿਹੜੇ ਕੰਮ ਰੱਬ ਨੂੰ ਪ੍ਰਵਾਨ ਨਹੀਂ, ਮਨੁੱਖਤਾ ਨੂੰ ਪ੍ਰਵਾਨ ਨਹੀਂ, ਸਮਾਜ ਨੂੰ ਪ੍ਰਵਾਨ ਨਹੀਂ। ਇਸ ਵਾਸਤੇ ਮਹਾਰਾਜ ਕਹਿੰਦੇ ਭੈੜੇ ਕੰਮਾਂ ਦੇ ਨਾਲ ਬੁਰਾਈਆਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਏ। ਫਿਰ ਮੁਕਤੀ ਦਾ ਪਦਾਰਥ ਕਿਵੇਂ ਮਿਲਦਾ ਹੈ? ਨਾਮ ਧਿਆਉਣ ਨਾਲ। ਨਾਮ ਧਿਆਉਣ ਦਾ ਅਰਥ ਹੈ ਕਿ ਜਿਹੜਾ ਗੁਰੂ ਨੇ ਸਾਨੂੰ ਗਿਆਨ ਦਿੱਤਾ ਹੈ, ਜਿਵੇਂ ਤੁਸੀਂ ਬੈਠੇ ਹੋ ਸੰਗਤ ਵਿੱਚ ਤੇ ਜੋ ਤੁਸੀਂ ਗੁਰੂ ਦੀ ਬਾਣੀ ਵਿੱਚੋਂ ਸੁਣਦੇ ਹੋ, ਕੀਰਤਨ ਰਾਹੀਂ, ਪਾਠ ਰਾਹੀਂ, ਵਿਚਾਰ ਰਾਹੀਂ, ਉਹਦੀ ਬਾਰ-ਬਾਰ ਪ੍ਰੈਕਟਿਸ ਕਰਨੀ। ਖਿਮਾ ਕਰਿਓ, ਨਾਮ ਜਪਣ ਦਾ ਅਰਥ ਆਮ ਤੌਰ ਤੇ ਅਸੀਂ ਮਕੈਨੀਕਲ ਰੈਪੀਟੀਸ਼ਨ ਲੈ ਲੈਂਦੇ ਹਾਂ ਕਿ ਇੱਕ ਸ਼ਬਦ ਨੂੰ ਬਾਰ-ਬਾਰ ਦੁਹਰਾਇਆ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ, ਨਾਮ ਜਪਣ ਦਾ ਅਰਥ ਦੁਹਰਾਉਣਾ ਹੀ ਹੈ। ਪਰ ਕਿਹਨੂੰ ਦੁਹਰਾਉਣਾ ਹੈ? ਸੱਚ ਨੂੰ ਦੁਹਰਾਉਣਾ ਹੈ। ਬਾਰ-ਬਾਰ ਸੱਚ ਨੂੰ ਦੁਹਰਾਉਣ ਦਾ ਅਰਥ ਇਹ ਨਹੀਂ ਸੱਚ 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 ਨਹੀਂ, ਸੱਚ ਕਮਾਉਣਾ ਹੈ, ਸੱਚ ਬੋਲਣਾ। ਜੇ ਦਇਆ ਹੈ, ਦਇਆ ਨੂੰ ਬਾਰ-ਬਾਰ ਰਿਪੀਟ ਕਰਨਾ ਹੈ। ਕਿਵੇਂ? ਕਿ ਅਸੀਂ ਦਇਆ ਕਰਕੇ ਵੇਖਣੀ ਹੈ। ਅਸੀਂ ਸੰਤੋਖੀ ਜੀਵਨ ਜਿਉਣ ਦਾ ਬਾਰ-ਬਾਰ ਯਤਨ ਕਰਨਾ ਹੈ। ਅਸੀਂ ਹਲੀਮੀ ਆਪਣੀ ਜ਼ਿੰਦਗੀ ਵਿੱਚ ਬਾਰ-ਬਾਰ ਲਿਆਉਣ ਦਾ ਯਤਨ ਕਰਨਾ ਹੈ। ਜਿੰਨੇ ਸਤਿਗੁਣ ਨੇ, ਪਵਿੱਤਰ ਗੁਣ ਨੇ, ਚੰਗੇ ਕੰਮ ਨੇ, ਉਹਨਾਂ ਨੂੰ ਬਾਰ-ਬਾਰ ਅਸੀਂ ਆਪਣੀ ਪ੍ਰੈਕਟਿਸ ਵਿੱਚ ਲਿਆਉਣਾ ਹੈ। ਜਦੋਂ ਅਸੀਂ ਬਾਰ-ਬਾਰ ਕੋਈ ਕੰਮ ਕਰਦੇ ਹਾਂ ਤੇ ਫਿਰ ਉਹ ਸਾਡੇ ਸੁਭਾਅ ਦਾ ਅੰਗ ਬਣ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਕਿ ਬਿਨ ਮੁਕਤ ਪਦਾਰਥ ਨਾਮ ਧਿਆਈਏ। ਜਿਹੜਾ ਮੁਕਤੀ ਦਾ ਪਦਾਰਥ ਹੈ ਕਿਵੇਂ ਮਿਲਦਾ ਹੈ? ਨਾਮ ਧਿਆਉਣ ਦੇ ਨਾਲ। ਪਰ ਜਿਹੜੇ ਲੋਕਾਂ ਨੇ ਇਹ ਗੱਲ ਸਮਝਾਉਣੀ ਸੀ ਕਿ ਮੁਕਤੀ ਦਾ ਅਰਥ ਹੈ ਬੁਰਾਈਆਂ ਤੋਂ ਮੁਕਤ ਹੋਣਾ, ਤੇ ਬੁਰਾਈਆਂ ਤੋਂ ਮੁਕਤ ਅਸੀਂ ਤਾਂ ਹੋਵਾਂਗੇ ਜੇ ਅਸੀਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਗੁਰੂ ਦਾ ਗਿਆਨ ਲਵਾਂਗੇ। ਭਾਈ ਸਾਹਿਬ ਹੁਣੇ ਜਿੰਨੇ ਸ਼ਬਦ ਪੜ੍ਹ ਕੇ ਗਏ ਨੇ ਉਹ ਸਾਧ ਸੰਗਤ ਦੇ ਪੜ੍ਹ ਕੇ ਗਏ ਨੇ, ਜਿੱਥੋਂ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠਾਂਗੇ, ਸਾਨੂੰ ਸੱਚ ਦੀ ਸਮਝ ਆ ਜਾਏਗੀ ਤੇ ਸਾਡੇ ਜੀਵਨ ਵਿੱਚੋਂ ਕਿਹੜੀ ਚੀਜ਼ ਚਲੀ ਜਾਏਗੀ? ਝੂਠ, ਕੂੜ, ਬੁਰਾਈਆਂ। ਜਦੋਂ ਬੁਰਾਈਆਂ ਸਾਡੇ ਜੀਵਨ ਵਿੱਚੋਂ ਨਿਕਲ ਗਈਆਂ, ਸਾਡੇ ਜੀਵਨ ਦੇ ਵਿੱਚ ਆ ਜਾਏਗਾ ਸੱਚ, ਆਚਾਰ। ਲੇਕਿਨ ਸਾਨੂੰ ਪੜ੍ਹਾਇਆ ਕੀ ਗਿਆ? ਸਾਨੂੰ ਇਹ ਦੱਸਿਆ ਗਿਆ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਇਹ ਦੱਸਣ ਦਾ, ਸੰਗਤ ਵਿੱਚ ਬੈਠ ਕੇ ਗੁਰੂ ਕੋਲੋਂ ਗਿਆਨ ਲੈਣਾ ਹੈ ਤੇ ਬੁਰਾਈਆਂ ਨੂੰ ਮੁਕਾਉਣਾ ਹੈ। ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜੇ ਤੁਸੀਂ ਆਹ ਮੰਤਰ ਪੜ੍ਹੋਗੇ ਜਾਂ ਫਲਾਣੀ ਦਿਸ਼ਾ ਵੱਲ ਮੂੰਹ ਕਰਕੇ ਇੰਨੇ ਸਮੇਂ ਤੱਕ ਇਸ ਸ਼ਬਦ ਦਾ ਰਟਨ ਕਰੋਗੇ ਤੇ ਤੁਹਾਨੂੰ ਮਰਨ ਦੇ ਬਾਅਦ ਸਵਰਗ ਲੋਕ ਦੇ ਵਿੱਚ ਬੈਠਣ ਦਾ ਮੌਕਾ ਬਣੇਗਾ। ਉੱਥੇ ਕਈ ਪ੍ਰਕਾਰ ਦੀਆਂ ਹੂਰਾਂ, ਮੁਸਲਮਾਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅੰਗੂਰਾਂ ਦੀ ਸ਼ਰਾਬ ਪੀਣ ਨੂੰ ਵੀ ਪ੍ਰਾਪਤ ਹੋਏਗੀ। ਜਿਹੜੇ ਹਿੰਦੂ ਵੀਰ ਸਨ ਉਹਨਾਂ ਨੇ ਜਦੋਂ ਸਵਰਗ ਦਾ ਨਕਸ਼ਾ ਖਿੱਚਿਆ, ਕਈ ਪ੍ਰਕਾਰ ਦੇ ਸੋਹਣੇ ਥੱਲੇ ਕਾਲੀਨ ਵਿਛੇ ਨੇ, ਪਰਦੇ ਲੱਗੇ ਹੋਏ ਨੇ, ਸੋਨੇ ਦੇ ਨਾਲ ਜੜਾਓ ਕਮਰੇ ਨੇ। ਉੱਥੇ ਫਿਰ ਤੁਹਾਨੂੰ ਸਵਰਗ ਲੋਕ ਦੇ ਵਿੱਚ ਅਪਸ਼ਰਾਵਾਂ ਤੁਹਾਡੀ ਸੇਵਾ ਕਰਨਗੀਆਂ, ਡਾਂਸ ਕਰਨਗੀਆਂ, ਤੁਸੀਂ ਉਹ ਡਾਂਸ ਵੇਖੋਗੇ। ਕਈ ਬੇਬਹਾਰੇ ਪ੍ਰਕਾਰ ਦੇ ਫਰੂਟ ਖਾਣ ਨੂੰ ਤੁਹਾਨੂੰ ਪ੍ਰਾਪਤ ਹੋਣਗੇ। ਤੇ ਮੁਸਲਮਾਨ ਭਰਾਵਾਂ ਨੇ ਕਿਹਾ ਇੰਨਾ ਭੋਗ ਕਰੋਗੇ ਕਿ ਤੁਸੀਂ, ਤੁਹਾਡਾ ਸਰੀਰ ਥੱਕੇਗਾ ਨਹੀਂ। ਕਈ ਪ੍ਰਕਾਰ ਦੀਆਂ ਬੇਹੁਦਾ ਇਵੇਂ ਦੀਆਂ ਗੱਲਾਂ ਲਾਲਚ ਦਿੱਤੇ ਗਏ ਤੇ ਬੰਦਾ ਕੀ ਕਰਦਾ ਰਿਹਾ? ਇਸ ਜੀਵਨ ਦੇ ਵਿੱਚ ਬੁਰਾਈਆਂ, ਅਵਗਣ, ਬਲਕਿ ਜਿਹੜੀਆਂ ਚੀਜ਼ਾਂ ਉਹ ਇੱਥੇ ਨਹੀਂ ਸੀ ਕਰ ਸਕਿਆ, ਉਹਨੇ ਐਵੇਂ ਮਹਿਸੂਸ ਕੀਤਾ ਕਿ ਜੇ ਮੈਂ ਧਰਮੀ ਬੰਦਾ ਬਣ ਕੇ ਜ਼ਿੰਦਗੀ ਬਤੀਤ ਕਰਾਂਗਾ ਤੇ ਅਗਲੇ ਜਨਮ ਦੇ ਵਿੱਚ ਉਹ ਸਾਰੇ ਸੁੱਖ ਮੈਨੂੰ ਪ੍ਰਾਪਤ ਹੋਣਗੇ। ਫਰਜ਼ ਕਿਹਨਾਂ ਦਾ ਸੀ? ਧਾਰਮਿਕ ਬੰਦਿਆਂ ਦਾ। ਧਾਰਮਿਕ ਬੰਦਿਆਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਫਾਇਦੇ ਵਾਸਤੇ ਕੁਝ ਰਸਮਾਂ ਤੇ ਕੁਝ ਰਿਵਾਜ ਘੜ ਲਏ। ਹੁਣ ਜਿਵੇਂ ਇਹ ਸ਼ਬਦ ਦੇ ਵਿੱਚ ਮਹਾਰਾਜ ਨੇ ਗੱਲ ਕੀਤੀ, ਕਹਿੰਦੇ ਧੋਤੀ ਖੋੜ ਵਿਛਾਏ ਹੇਠ ਗਰਦਬ ਵਾਂਗ ਲਾਹੇ ਪੇਟ। ਉਹਨਾਂ ਨੇ ਹਿੰਦੂ ਧਰਮ ਦੇ ਬੜੇ ਮਹਾਨ ਗ੍ਰੰਥ ਨੇ, 4 ਵੇਦ ਨੇ, ਉਹਨਾਂ ਦੇ 27 ਸਿਮਰਤੀਆਂ ਨੇ, 18 ਪੁਰਾਣ ਨੇ, ਉਹਨਾਂ ਦੇ 31 ਉਪਨਿਸ਼ਦ ਨੇ। ਉਪਨਿਸ਼ਦਾਂ ਦੇ ਵਿੱਚ ਬੜੀਆਂ ਕ੍ਰਾਂਤੀਕਾਰੀ ਗੱਲਾਂ ਨੇ। ਹੁਣ ਪੰਡਤ ਪੁਜਾਰੀ ਦਾ ਕੀ ਫਰਜ਼ ਬਣਦਾ ਸੀ? ਉਹਦਾ ਫਰਜ਼ ਬਣਦਾ ਸੀ ਉਹ ਵੇਦਾਂ ਨੂੰ ਪੜ੍ਹਦਾ, ਉਹ ਗੀਤਾ ਨੂੰ ਪੜ੍ਹਦਾ, ਉਹ ਉਪਨਿਸ਼ਦਾਂ ਨੂੰ ਪੜ੍ਹਦਾ ਤੇ ਉਹਦੇ ਥਰੂ, ਉਹਦੇ ਗਿਆਨ ਦੇ ਥਰੂ ਉਹ ਲੋਕਾਂ ਦੇ ਜੀਵਨ ਨੂੰ ਪਵਿੱਤਰ ਕਰਨ ਦਾ ਯਤਨ ਕਰਦਾ। ਲੋਕਾਂ ਨੂੰ ਦੱਸਦਾ ਕਿ ਆਹ ਜਿਹੜੀਆਂ ਬੁਰਾਈਆਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ, ਇਹਨਾਂ ਬੁਰਾਈਆਂ ਨੂੰ ਜੇ ਤੁਸੀਂ ਦੂਰ ਕਰੋਗੇ ਤੇ ਤਾਂ ਤੁਸੀਂ ਚੰਗੇ ਮਨੁੱਖ ਹੋ, ਤਾਂ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੋਏਗੀ, ਤਾਂ ਤੁਸੀਂ ਭਗਵਾਨ ਦਾ ਰੂਪ ਬਣ ਸਕੋਗੇ। ਪਰ ਉਹਨੇ ਕੀ ਕੀਤਾ? ਉਹਨੇ ਉਹ ਚੀਜ਼ਾਂ ਦੱਸਣ ਦੀ ਬਜਾਏ ਉਹਨੇ ਕੁਝ ਪਰੰਪਰਾਵਾਂ, ਕੁਝ ਕਰਮ ਕਾਂਡ ਘੜੇ।
ਉਹਨੇ ਕੇਵਲ ਕੁਝ ਮੰਤਰ ਚੱਕ ਲਿਆ ਕਿ ਆਹ ਮੰਤਰ ਪੜ੍ਹਨ ਨਾਲ ਮੁੰਡਾ ਮਿਲ ਜਾਏਗਾ, ਆਹ ਮੰਤਰ ਪੜ੍ਹਨ ਨਾਲ ਕਾਰੋਬਾਰ ਤੇਜ਼ ਚੱਲਣ ਲੱਗ ਪਏਗਾ, ਆਹ ਮੰਤਰ ਪੜ੍ਹਨ ਦੇ ਨਾਲ ਫਲਾਣਾ ਸੁੱਖ, ਆਹ ਮੰਤਰ ਪੜ੍ਹਨ ਦੇ ਨਾਲ ਢਮਕਾਣਾ ਸੁੱਖ। ਤੇ ਸਭ ਤੋਂ ਪ੍ਰਮੁੱਖ ਉਹਨੇ ਇਹ ਰੱਖ ਲਿਆ ਕਿ ਜੇ ਤੁਸੀਂ ਧਾਰਮਿਕ ਤੌਰ ਤੇ ਰਹੋ ਰੀਤਾਂ ਮੇਰੇ ਕੋਲੋਂ ਕਰਾਓਗੇ ਫਾਇਦਾ ਤਾਂ ਹੋਏਗਾ, ਜੇ ਤੁਸੀਂ ਮੈਨੂੰ ਦਾਨ ਦਕਸ਼ਣਾ ਦਿਓਗੇ ਤੇ ਰੱਬ ਦੇ ਘਰ ਦੇ ਵਿੱਚ ਤੁਸੀਂ ਤਾਂ ਪ੍ਰਵਾਨ ਚੜੋਗੇ। ਮੁੱਖ ਤੌਰ ਤੇ ਉਹਨੇ ਕੁਝ ਕੰਮ ਦੱਸੇ ਧਾਰਮਿਕ, ਪੂਜਾ ਕਰਨੀ, ਪੂਜਾ ਕਰਾਉਣੀ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਜਗ ਕਰਨਾ, ਜਗ ਕਰਾਉਣਾ। ਕਹਿਣ ਲੱਗੇ ਜਿਹੜੇ 3 ਕੰਮ ਨੇ ਨਾ ਇਹ ਕੇਵਲ ਪੰਡਤ ਹੀ ਕਰ ਸਕਦਾ ਹੈ। ਵਿਦਿਆ ਪੜ੍ਹ ਪੰਡਤ ਹੀ ਸਕਦਾ ਹੈ, ਵਿਦਿਆ ਜਗ ਕਰ ਕੇਵਲ ਪੰਡਤ ਹੀ ਸਕਦਾ ਹੈ। ਕੇਵਲ ਪੰਡਤ ਹੀ ਹੈ ਜਿਹੜਾ ਇਹ ਮੁੱਖ ਤੌਰ ਤੇ 3 ਕਿਰਿਆਵਾਂ ਕਰ ਸਕਦਾ ਹੈ, ਜਿਹਨੂੰ ਉਹ ਖੱਟ ਕਰਮ ਕਹਿੰਦੇ ਨੇ। ਦਾਨ ਕਿਹਨੂੰ ਦੇਣਾ ਹੈ? ਕੇਵਲ ਪੰਡਤ ਨੂੰ। ਦਾਨ ਲੈਣਾ, ਦਾਨ ਦੇਣਾ ਕੇਵਲ ਪੰਡਤ ਨੂੰ। ਔਰ ਪੂਜਾ ਕਰਨੀ, ਪੂਜਾ ਕਰਾਉਣੀ ਕਿਹਦਾ ਕੰਮ ਹੈ? ਕੇਵਲ ਪੰਡਤ ਦਾ। ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ ਕਿਹਦਾ ਕੰਮ ਹੈ? ਕੇਵਲ ਪੰਡਤ ਦਾ। ਹੁਣ ਪੁਜਾਰੀ ਨੇ ਵਿਦਿਆ ਆਪ ਰੱਖ ਲਈ। ਜੇ ਆਮ ਬੰਦਾ ਪੜ੍ਹ ਲਏਗਾ ਤਾਂ ਉਹਨੂੰ ਪਤਾ ਲੱਗ ਜਾਏਗਾ ਕਿ ਵੇਦ ਕੀ ਕਹਿ ਰਿਹਾ ਹੈ, ਪੁਰਾਣ ਕੀ ਕਹਿ ਰਿਹਾ ਹੈ, ਸਿਮਰਤੀਆਂ ਕੀ ਕਹਿ ਰਹੀਆਂ ਨੇ, ਉਪਨਿਸ਼ਦ ਕੀ ਕਹਿ ਰਹੇ ਨੇ, ਗੀਤਾ ਦਾ ਉਪਦੇਸ਼ ਕੀ ਹੈ, ਉਹਨੂੰ ਪਤਾ ਹੈ ਕਿ ਵਿੱਚ ਲਿਖਿਆ ਹੋਇਆ ਕੀ। ਪਰ ਉਹਨੂੰ ਇਹ ਵੀ ਪਤਾ ਹੈ ਕਿ ਜਨਤਾ ਨੂੰ ਜੇ ਤੂੰ ਲੁੱਟਣਾ ਹੈ, ਜੇ ਜਨਤਾ ਦੇ ਸਿਰ ਤੇ ਪੈਸਾ ਕਮਾਉਣਾ ਹੈ ਤੇ ਫਿਰ ਅਸਲੀ ਉਪਦੇਸ਼ ਜਨਤਾ ਕੋਲੋਂ ਲੁਕਾ ਕੇ ਰੱਖਣਾ ਪਏਗਾ ਤੇ ਜਨਤਾ ਨੂੰ ਬੁੱਧੂ ਬਣਾ ਕੇ ਰੱਖਣਾ ਪਏਗਾ। ਉਹਦੇ ਲਈ ਫਿਰ ਉਹਨੇ ਕੁਝ ਮਰਿਆਦਾ ਘੜੀ, ਔਰ ਮਰਿਆਦਾ ਜਿਹੜੀ ਘੜੀ ਉਹਦੇ ਥਰੂ ਆ ਜਿਵੇਂ ਇੱਥੇ ਨਕਸ਼ਾ ਖਿੱਚੇ ਕਹਿੰਦੇ ਧੋਤੀ ਖੋਲ ਵਿਛਾਏ ਹੇਠ, ਧੋਤੀ ਖੋਲ ਕੇ ਹੇਠਾਂ ਵਿਛਾ ਲਈ ਕਿ ਮੈਂ ਭੁੰਜੇ ਨਹੀਂ ਬਹਿੰਦਾ, ਮੈਂ ਬੜੇ ਪਵਿੱਤਰ ਢੰਗ ਦੇ ਨਾਲ ਬਹਿੰਦਾ। ਬਲਕਿ ਬਾਣੀ ਦੇ ਵਿੱਚ ਤੇ ਉਹ ਵੀ ਸਾਰੀਆਂ ਗੱਲਾਂ ਦੱਸੀਆਂ ਨੇ ਕਿਵੇਂ ਉਹ ਸਾਫ਼ ਸੁਥਰਾ ਚੌਂਕਾ ਬਣਾਇਆ ਜਾਂਦਾ ਸੀ ਬਹਿਣ ਵਾਸਤੇ, ਉੱਥੇ ਬਹਿੰਦਾ ਸੀ ਤੇ ਇਹ ਵੀ ਕਹਿੰਦਾ ਸੀ ਮਤ ਭਿੱਟੇ ਵੇ ਮਤ ਭਿੱਟੇ ਇਹ ਆਨਾ ਸਾਡਾ ਫਿੱਟੇ। ਮਤਾ ਕਿਤੇ ਮਾੜੀ ਜਾਤੀ ਦਾ ਬੰਦਾ ਜਾਂ ਉਹ ਬੰਦਾ ਜਿਹਨੇ ਇਸ਼ਨਾਨ ਪਾਣੀ ਨਹੀਂ ਕੀਤਾ ਜਾਂ ਉਹ ਭੋਜਨ ਨਾ ਕੋਈ ਲੈ ਕੇ ਆ ਜਾਵੇ ਜਿਹਨੂੰ ਸਾਫ਼ ਸੁਥਰਾ ਕਰਕੇ ਬਣਾਇਆ ਨਹੀਂ ਗਿਆ, ਇਹਦੇ ਨਾਲ ਮੈਂ ਭਿੱਟ ਜਾਵਾਂਗਾ। ਉਹ ਗੁਰੂ ਨਾਨਕ ਸਾਹਿਬ ਦੀ ਸਾਖੀ ਤੇ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਜਦੋਂ ਭਾਈ ਮਰਦਾਨਾ ਅੱਗ ਲੈਣ ਵਾਸਤੇ ਗਏ ਸਨ ਤੇ ਜਿਹੜਾ ਵੈਸ਼ਨੂ ਪੰਡਾ ਸੋ ਇਸੇ ਕਰਕੇ ਦੁਖੀ ਹੋ ਗਿਆ ਕਿ ਮੜਾਸੀ ਦੇ ਪਰਛਾਵੇਂ ਨਾਲ ਮੇਰਾ ਚੁੱਲ੍ਹਾ ਘਟ ਗਿਆ ਹੈ। ਤੇ ਮਹਾਰਾਜ ਇਹਨਾਂ ਨੂੰ ਕਿਹਾ ਸੀ ਉਹ ਭਲਿਆ ਲੋਕਾਂ ਉੱਤੋਂ ਗਿੱਧਾਂ ਉੱਡ ਕੇ ਲੰਘਦੀਆਂ ਨੇ, ਕੁੱਤਿਆਂ ਦਾ ਪਰਛਾਵਾਂ ਪੈਂਦਾ ਜਦੋਂ ਲਾਗੋਂ ਲੰਘ ਕੇ ਜਾਂਦੇ ਨੇ, ਉਹਨਾਂ ਦੇ ਪਰਛਾਵੇਂ ਨਾਲ ਤੇ ਤੇਰਾ ਚੁੱਲ੍ਹਾ ਨਹੀਂ ਘਟਿਆ। ਪਰ ਕਮਾਲ ਦੀ ਗੱਲ ਹੈ ਇੱਕ ਮਨੁੱਖ ਦੇ ਪਰਛਾਵੇਂ ਨਾਲ ਤੇਰਾ ਧਰਮ ਭ੍ਰਿਸ਼ਟ ਹੋ ਗਿਆ। ਜਿਹੜਾ ਕਿ ਤੂੰ ਸਵੇਰੇ ਤੜਕੇ ਉੱਠ ਕੇ ਗੰਗਾ ਵਿੱਚ ਨਹਾਤਾ ਹੈ, ਤੂੰ ਲੱਕੜਾਂ ਗੰਗਾ ਵਿੱਚ ਧੋਤੀਆਂ ਨੇ, ਤੂੰ ਭੋਜਨ ਗੰਗਾ ਵਿੱਚੋਂ ਧੋ ਕੇ ਸਾਫ਼ ਕਰਕੇ ਫਿਰ ਗਾਂ ਦੇ ਗੋਬਰ ਨਾਲ ਚੁੱਲ੍ਹਾ ਬਣਾ ਕੇ ਉੱਥੇ ਤੂੰ ਰੋਟੀ ਪਾਣੀ ਬਣਾਉਣਾ ਸ਼ੁਰੂ ਕੀਤਾ। ਬੜਾ ਤੇਰਾ ਕਮਜ਼ੋਰ ਧਰਮ ਹੈ। ਜਦ ਕਿ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਲੀ ਕੱਢੀ ਕਿਆ ਪੀਏ ਜਾਂ ਚਾਰੇ ਬੈਠੀਆਂ ਨਾਲ। ਤੇਰੇ ਅੰਦਰ ਇਹ ਚਾਰੇ ਅਵਗਣ ਬੈਠੇ ਨੇ। ਕਬੁੱਧ ਬੈਠੀ ਹੋਈ ਹੈ, ਡੂਮਣੀ ਕੁਦਾਇਆ ਬੈਠੀ ਹੋਈ ਹੈ ਕਸਾਇਣ ਬਣ ਕੇ, ਪਰ ਨਿੰਦਾ ਬੈਠੀ ਹੋਈ ਹੈ ਤੇਰੇ ਅੰਦਰ ਚੂੜੀ, ਮੁੱਠੀ ਕ੍ਰੋਧ ਚੰਡਾਲ ਤੇਰੇ ਅੰਦਰ ਚੰਡਾਲ ਬੈਠਾ, ਤੂੰ ਠੱਗਿਆ ਹੋਇਆ ਵਿਕਾਰਾਂ ਤੇ ਬੁਰਾਈਆਂ ਦਾ। ਤੂੰ ਭਾਵੇਂ ਜਿੰਨੇ ਮਰਜ਼ੀ ਮੰਤਰ ਪੜ੍ਹ ਕੇ ਕਾਰੀ ਕੱਢ ਲਵੇਂ, ਜਦੋਂ ਤੇਰੇ ਅੰਦਰ ਇਹ 4 ਅਵਗਣ 4 ਨੀਚ ਜ਼ਾਤੀਆਂ ਬੈਠੀਆਂ ਨੇ, ਤੂੰ ਕਿਵੇਂ ਪਵਿੱਤਰ ਰਹਿ ਸਕਦਾ ਹੈ? ਪਰ ਪੰਡਤ ਸੁਚਤਮ ਦਾ ਵਿਖਾਵਾ ਕਰਦਾ ਸੀ, ਪਵਿੱਤਰਤਾ ਦਾ ਵਿਖਾਵਾ ਕਰਦਾ ਸੀ। ਲੋਕਾਂ ਨੂੰ, ਆਮ ਲੋਕਾਂ ਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਸਨ ਤੇ ਫਿਰ ਉਹ ਕਿੰਨੀ ਸੇਵਾ ਕਰਦੇ ਸਨ। ਮਹਾਰਾਜ ਕਹਿੰਦੇ ਆਪ ਭਾਵੇਂ ਉਹ ਭੁੱਖੇ ਰਹਿ ਲੈਣ, ਜਦੋਂ ਭਰ ਭਰ ਕੇ ਖਾਣ ਪੀਣ ਦੇ ਪਦਾਰਥ ਅੱਗੇ ਰੱਖਦੇ ਸਨ ਤੇ ਪੁਜਾਰੀ ਉਸੇ ਵਾਸਤੇ ਤੇ ਉਹ ਸਾਰਾ ਕੁਝ, ਸਾਰੀ ਗੁਣਤੀ ਉਹਨੇ ਗੁਣੀ ਤਾਂ ਹੁੰਦੀ ਸੀ ਤਾਂ ਕਿ ਉਹ ਖਾ ਸਕੇ। ਤੇ ਖਾਂਦਾ ਵੀ ਕਿਵੇਂ ਸੀ? ਮੈਂ ਨਹੀਂ ਕਹਿ ਰਿਹਾ, ਮਹਾਰਾਜ ਕਹਿੰਦੇ ਨੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ। ਗਰਦਬ ਖੋਤਾ, ਖੋਤੇ ਵਾਂਗੂ ਆਪਣੇ ਢਿੱਡ ਦੇ ਵਿੱਚ ਸਾਰਾ ਕੁਝ ਲਾਹੀ ਜਾਂਦਾ ਸੀ, ਸੁੱਟੀ ਜਾਂਦਾ ਸੀ। ਜੋ ਮਿਲਿਆ ਗੁਰੂ ਖੀਰ ਪੂੜੇ ਜੋ ਮਾਲ ਮਿਲਿਆ ਉਹ ਸਾਰਾ ਕੁਝ ਆਪਣੇ ਅੰਦਰ ਸੁੱਟੀ ਜਾਂਦਾ ਸੀ। ਇਹ ਗੱਲ ਕੇਵਲ ਪੰਡਤ ਦੀ ਨਹੀਂ, ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਕੇਵਲ ਪੰਡਤ ਸੀ। ਅਸਲੀਅਤ ਇਹ ਹੈ ਕਿ ਇਹ ਗੱਲ ਪੁਜਾਰੀ ਦੀ ਹੈ। ਅਸੀਂ ਕਈ ਵਾਰ ਇਹੋ ਜਿਹੇ ਸ਼ਬਦਾਂ ਨੂੰ ਪੰਡਤਾਂ ਤੇ ਥੋਪ ਕੇ, ਪੰਡਤ ਜਿਹੜੇ ਕਿ ਬ੍ਰਾਹਮਣ ਜਾਤੀ ਦੇ ਵਿੱਚੋਂ ਪੈਦਾ ਹੁੰਦੇ ਨੇ, ਬ੍ਰਾਹਮਣ ਕਹਿ ਕੇ ਸਾਰ ਲੈਂਦੇ ਹਾਂ
ਪਰ ਅਸਲੀਅਤ ਇਹ ਹੈ ਕਿ ਇਹ ਜਿਹੜਾ ਰੂਪ ਹੈ, ਇਹ ਜਿਹੜੀ ਚਿੱਤਰਕਾਰੀ ਕੀਤੀ ਗਈ ਹੈ ਗੁਰੂ ਸਾਹਿਬ ਦੁਆਰਾ, ਇਹ ਪੁਜਾਰੀ ਦੀ ਕੀਤੀ ਗਈ ਹੈ। ਪੁਜਾਰੀ ਭਾਵੇਂ ਸਿੱਖਾਂ ਵਿੱਚ ਹੋਵੇ, ਭਾਵੇਂ ਹਿੰਦੂਆਂ ਵਿੱਚ, ਭਾਵੇਂ ਮੁਸਲਮਾਨਾਂ ਵਿੱਚ, ਭਾਵੇਂ ਈਸਾਈਆਂ ਵਿੱਚ, ਪੁਜਾਰੀ ਦਾ ਕੇਵਲ ਇੱਕ ਹੀ ਕਰਤੱਵ ਹੁੰਦਾ ਹੈ, ਦੁਨੀਆ ਲੁੱਟੋ ਮਕਰ ਨਾਲ ਤੇ ਰੋਟੀ ਖਾਓ ਸ਼ੱਕਰ ਨਾਲ। ਪੁਜਾਰੀ ਨੂੰ ਪਤਾ ਹੈ ਕਿ ਜੇ ਧਰਮ ਦਾ ਸਹੀ ਉਪਦੇਸ਼ ਲੋਕਾਂ ਨੂੰ ਦੇ ਦਿੱਤਾ ਤੇ ਲੋਕਾਂ ਨੂੰ ਬੁੱਧੂ ਨਹੀਂ ਬਣਾਇਆ ਜਾ ਸਕਦਾ। ਇਸ ਵਾਸਤੇ ਪੁਜਾਰੀ ਕਦੇ ਵੀ ਧਰਮ ਦਾ ਅਸਲੀ ਉਪਦੇਸ਼ ਨਹੀਂ ਦਿੰਦਾ। ਤੁਸੀਂ ਦੇਖੋ ਨਾ, ਆਪਾਂ ਇਹ ਗੱਲ ਦਾ ਦਾਅਵਾ ਕਰਦੇ ਹਾਂ ਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤਮ ਤੇ ਮਹਾਨ ਧਰਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਧਰਮ ਗ੍ਰੰਥਾਂ ਵਿੱਚੋਂ ਸਭ ਤੋਂ ਮਹਾਨ ਤੇ ਨਵੀਂ ਸੋਚ ਵਾਲਾ ਗ੍ਰੰਥ ਹੈ। ਪਰ ਤੁਸੀਂ ਦੱਸੋ ਕਿੰਨਾ ਕੁ ਨਵਾਂ ਧਰਮ ਤੁਹਾਨੂੰ ਨਜ਼ਰ ਆਉਂਦਾ? ਜਿਹੜੀਆਂ ਰੀਤਾਂ ਆਪਾਂ ਗੁਰਦੁਆਰਿਆਂ ਵਿੱਚ ਨਿਭਾਉਂਦੇ ਹਾਂ, ਜਿਹੜੇ ਅਸੀਂ ਆਪਣੇ ਜੰਮਣ ਤੇ ਮਰਨ ਤੇ ਵਿਆਹ ਸ਼ਾਦੀਆਂ ਤੇ ਧਾਰਮਿਕ ਤੌਰ ਤੇ ਜੋ ਕੁਝ ਕਰਦੇ ਹਾਂ, ਸਾਨੂੰ ਕੁਝ ਵੱਖਰਾ ਨਜ਼ਰ ਆਉਂਦਾ ਦੂਜਿਆਂ ਨਾਲੋਂ। ਕੇਵਲ ਜੇ ਸ਼ਰਾਬ ਦੀ ਬੋਤਲ ਦੇ ਉੱਪਰ ਲੱਗਾ ਹੋਇਆ ਉਹ ਸਟicker, ਉਹ ਲੇਬਲ ਜਿਹਦੇ ਉੱਪਰ ਸ਼ਰਾਬ ਲਿਖੀ ਹੈ, ਤੇ ਉਹਨੂੰ ਉਤਾਰ ਕੇ ਸ਼ਰਬਤ ਵਾਲਾ ਲੇਬਲ ਲਾ ਦਈਏ, ਤੇ ਜਿਹੜੀ ਬੋਤਲ ਦੇ ਵਿੱਚ ਤਸਵੀਰ ਹੈ ਵਸਤੂ ਦੀ, ਉਹ ਥੋੜੀ ਬਦਲ ਜਾਣ ਲੱਗੀ ਹੈ। ਨਸ਼ਾ ਤੇ ਉਹੀ ਰਹਿਣਾ, ਜੇ ਕਰਮਕਾਂਡ ਉਹੀ ਨੇ, ਕੇਵਲ ਸਿੱਖੀ ਦੇ ਨਾਂ ਤੇ ਆਪਾਂ ਕਰੀ ਜਾਵਾਂਗੇ ਤੇ ਖਿਆਲ ਕਰਿਓ ਉਹਦੇ ਨਾਲ ਸਿੱਖੀ ਥੋੜੀ ਬਣ ਚੱਲੀ ਹੈ। ਇਸ ਵਾਸਤੇ ਤੁਸੀਂ ਖੁਦ ਕੰਪੈਰੀਟਿਵਲੀ ਵਿਆਹਾਂ ਨੂੰ ਕਈ ਵਾਰ ਤੋਲ ਕੇ ਵੇਖੋ। ਜਦੋਂ ਵਿਆਹ ਹੁੰਦੇ ਨੇ ਗੁਰਦੁਆਰਿਆਂ ਵਿੱਚ ਤੇ ਮੰਦਿਰ ਵਿੱਚ, ਜਿਹੜਾ ਵਿਆਹ ਹਿੰਦੂਆਂ ਦਾ ਹੁੰਦਾ ਹੈ ਜਾਂ ਦੂਜੇ ਧਰਮਾਂ ਦਾ, ਦੋਵਾਂ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ? ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈ, ਜਿਹੜੇ ਕਰਮ ਆਪਾਂ ਕਰਦੇ ਹਾਂ ਤੇ ਦੂਜੇ ਕਰਦੇ ਨੇ, ਦੋਵਾਂ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ? ਕੋਈ ਬੰਦਾ ਪੈਦਾ ਹੁੰਦਾ ਹੈ, ਧਰਤੀ ਤੇ ਆਉਂਦਾ ਹੈ, ਅਸੀਂ ਕੁਝ ਰੀਤਾਂ ਨਿਭਾਉਂਦੇ ਹਾਂ, ਸਾਡੀਆਂ ਰੀਤਾਂ ਕਿੰਨੀਆਂ ਕੁ ਵੱਖਰੀਆਂ ਨੇ। ਕੇਵਲ ਇੰਨਾ ਕੀ ਵੱਖਰਾ ਹੈ ਨਾ ਕਿ ਉਹ ਆਪਣੇ ਧਰਮ ਗ੍ਰੰਥ ਦਾ ਕੋਈ ਪਾਠ ਕਰ ਲੈਂਦੇ ਨੇ ਤੇ ਆਪਾਂ ਆਪਣੇ ਧਰਮ ਦਾ ਪਾਠ ਕਰ ਲੈਂਦੇ ਹਾਂ। ਫਰਕ ਤਾਂ ਕੋਈ ਨਹੀਂ ਹੈਗਾ। ਫਿਰ ਨਵੀਨਤਮ ਕਿਹੜੀ ਗੱਲ ਤੋਂ ਹੋ ਗਈ? ਖਿਆਲ ਕਰਿਓ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਪ੍ਰੈਕਟੀਕਲ ਧਰਮ ਦਿੱਤਾ ਸੀ, ਉਹਦੇ ਵਾਸਤੇ ਉਹਨਾਂ ਨੇ ਸੰਗਤਾਂ ਕਾਇਮ ਕੀਤੀਆਂ ਸਨ। ਅੱਜ ਜਿਵੇਂ ਤੁਸੀਂ ਬੈਠੇ ਹੋ ਗੁਰਦੁਆਰਾ ਬਹਿਣ ਵਾਸਤੇ, ਧਰਮ ਅਸਥਾਨ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਕੇਵਲ 4 ਪਿਲਰਾਂ ਦੇ ਵਿੱਚ ਉੱਪਰ ਛੱਤ, ਅੰਦਰ ਭਗਵਾਨ ਦੀ ਮੂਰਤੀ, ਬਹਿਣ ਵਾਸਤੇ ਜਗ੍ਹਾ ਨਹੀਂ ਸੀ ਹੁੰਦੀ। ਬਹਿਣ ਵਾਸਤੇ ਜਗ੍ਹਾ ਪਹਿਲੀ ਵਾਰ ਗੁਰੂ ਸਾਹਿਬ ਨੇ ਬਣਾਈ ਹੈ ਤਾਂ ਕਿ ਉੱਥੇ ਬਹਿ ਕੇ ਆਪਾਂ ਕੁਝ ਸਿੱਖ ਸਕੀਏ ਤੇ ਸਮਝ ਸਕੀਏ। ਸਿੱਖਣ ਤੇ ਸਮਝਣ ਵਾਲੇ ਇੰਸਟੀਟਿਊਸ਼ਨ ਨੂੰ ਪਹਿਲਾਂ ਕਿਹਾ ਗਿਆ ਸੰਗਤ, ਉਹਨੂੰ ਧਰਮਸਾਲ ਕਿਹਾ ਗਿਆ, ਉਹਨੂੰ ਬਾਅਦ ਵਿੱਚ ਗੁਰਦੁਆਰਾ ਕਹਿ ਦਿੱਤਾ ਗਿਆ। ਪਰ ਅਰਥ ਕੀ ਹੈ? ਗੁਰਦੁਆਰੇ ਦਾ ਅਰਥ ਕੀ ਹੈ? ਜਿੱਥੇ ਬਹਿ ਕੇ ਅਸੀਂ ਸੋਝੀ ਲੈਣੀ ਹੈ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਮਹਾਰਾਜ ਕਹਿੰਦੇ ਨੇ ਕਿ ਗੁਰਦੁਆਰੇ ਜਾ ਕੇ ਅਸੀਂ ਗਿਆਨ ਲੈਣਾ ਹੈ, ਸਮਝ ਲੈਣੀ ਹੈ, ਆਪਣੇ ਜੀਵਨ ਨੂੰ ਬਦਲਣ ਦਾ ਯਤਨ ਕਰਨਾ ਹੈ। ਤੇ ਗੁਰਦੁਆਰੇ ਦੇ ਵਿੱਚ ਕੌਣ ਸਮਝਾਉਂਦਾ ਸੀ? ਆਮ ਤੌਰ ਤੇ ਸਿੱਖਾਂ ਦੇ ਵਿੱਚੋਂ ਹੀ ਸਿੱਖ ਸਮਝਾਇਆ ਕਰਦੇ ਸਨ। ਜਿਹੜੇ ਸਿੱਖ ਨੂੰ ਜ਼ਿਆਦਾ ਸਮਝੇ ਉਹ ਸਮਝਾਇਆ ਕਰਦਾ ਸੀ। ਤੁਸੀਂ ਭਾਈ ਗੁਰਦਾਸ ਜੀ ਨੂੰ ਪੜ੍ਹ ਲਓ, ਬਾਣੀ ਨੂੰ ਪੜ੍ਹ ਲਓ, ਹਰ ਜਸ ਸ਼ਰਵਣ ਸੁਣਾਵਣ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਗੁਰਸਿੱਖ ਇੱਕ ਦੂਜੇ ਨੂੰ ਆ ਕੇ ਮਿਲਦੇ ਸਨ, ਗੁਰਸਿੱਖ ਸੰਗਤ ਰੂਪ ਦੇ ਵਿੱਚ ਬੈਠਦੇ ਸਨ। ਗੁਰਸਿੱਖਾਂ ਦੇ ਵਿੱਚੋਂ ਕੋਈ ਜਣਾ ਉੱਠ ਕੇ ਗੁਰੂ ਦੀ ਗੱਲ ਸੁਣਾਉਂਦਾ ਸੀ, ਕੋਈ ਜਣਾ ਉੱਠ ਕੇ ਗੁਰੂ ਕੀ ਬਾਣੀ ਸੁਣਾਉਂਦਾ ਸੀ। ਪਰ ਅੱਜ ਤੁਸੀਂ ਨਹੀਂ ਸੁਣਾ ਸਕਦੇ, ਕੇਵਲ ਮੈਂ ਹੀ ਸੁਣਾ ਸਕਦਾ। ਅੱਜ ਤੁਸੀਂ ਨਹੀਂ ਗਾ ਸਕਦੇ, ਕੇਵਲ ਅਸੀਂ ਗਾ ਸਕਦੇ ਹਾਂ। ਅੱਜ ਤੁਸੀਂ ਪਾਠ ਨਹੀਂ ਕਰ ਸਕਦੇ, ਕੇਵਲ ਮੈਂ ਹੀ ਕਰ ਸਕਦਾ ਹਾਂ। ਇਹਦਾ ਅਰਥ ਹੋਇਆ ਕਿ ਗੁਰੂ ਸਾਹਿਬ ਨੇ ਤੇ ਸੰਗਤ ਬਣਾਈ ਸੀ, ਜਿਹਦੇ ਵਿੱਚੋਂ ਸਿੱਖ ਸੰਗਤ ਹੀ ਕੁਝ ਗਾਉਂਦੀ ਸੀ, ਕੁਝ ਸੁਣਾਉਂਦੀ ਸੀ, ਕੁਝ ਵਿਚਾਰ ਕਰਦੇ ਸੀ। ਪਰ ਸਿੱਖਾਂ ਦੇ ਵਿੱਚ ਵੀ ਇੱਕ ਸ਼੍ਰੇਣੀ ਬਣ ਗਈ, ਪੁਜਾਰੀਆਂ ਦੀ ਸ਼੍ਰੇਣੀ। ਤੇ ਫਿਰ ਪੁਜਾਰੀਆਂ ਨੇ ਮਨੋਪਲੀ ਬਣਾਉਣ ਵਾਸਤੇ ਕਈ ਪ੍ਰਕਾਰ ਦੀਆਂ ਰਸਮਾਂ ਬਣਾ ਲਈਆਂ। ਪਿਛਲੇ ਦਿਨੀ ਇੱਕ ਗੁਰਮੁਖ ਪਿਆਰੇ ਮੈਨੂੰ ਮਿਲੇ, ਉਹਨਾਂ ਨੇ ਬੜੀ ਜ਼ੋਰ ਦੇ ਨਾਲ ਕਿਹਾ, ਕਹਿਣ ਲੱਗੇ ਸਾਡਾ ਗੁਰੂ ਅਧੂਰਾ ਹੈ। ਮੈਂ ਕਿਹਾ ਜੀ ਕਿਹੜੀ ਗੱਲੋਂ? ਕਹਿਣ ਲੱਗੇ ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਰੂਪ, ਉਹਦੇ ਅੱਖਰ ਆਪਸ ਵਿੱਚ ਜੁੜੇ ਹੁੰਦੇ ਨੇ। ਤੁਸੀਂ ਅੱਖਰਾਂ ਨੂੰ ਵੱਖਰਾ ਵੱਖਰਾ ਕਰ ਦਿੱਤਾ। ਮੈਂ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਕੋਈ ਸਮਾਂ ਸੀ ਭਾਸ਼ਾ ਐਵੇਂ ਹੀ ਲਿਖੀ ਜਾਂਦੀ ਸੀ। ਭਾਸ਼ਾ ਸਮੇਂ ਦੇ ਨਾਲ ਨਾਲ ਤਰੱਕੀ ਕਰਦੀ ਹੈ, ਲਿਪੀ ਤਰੱਕੀ ਕਰਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜੇ ਪਦਛੇਦ ਨਹੀਂ ਹੋਣਗੇ ਅੱਖਰ ਤੇ ਕੋਈ ਪੜ੍ਹ ਹੀ ਨਹੀਂ ਸਕਦਾ। ਅਸੀਂ ਪੜ੍ਹਦੇ ਹੀ ਐਵੇਂ ਹਾਂ। ਧਰਮ ਗ੍ਰੰਥ ਦਾ ਅਰਥ ਹੈ ਗਿਆਨ ਲੈਣਾ ਹੈ।
ਉਹਨਾਂ ਦਿਨਾਂ ਵਿੱਚ ਜੁੜੇ ਹੋਏ ਅੱਖਰਾਂ ਦੇ ਨਾਲ ਸਮਝ ਆ ਜਾਂਦੀ ਸੀ, ਪਰ ਅੱਜ ਨਹੀਂ। ਇਸ ਵਾਸਤੇ ਪਦਛੇਦ ਵਾਲੀਆਂ ਬੀੜਾਂ ਪ੍ਰਵਾਨ ਨੇ। ਉਹ ਕਹਿਣਗੇ ਨਹੀਂ ਜੀ, ਸਿਆਣੇ ਲੋਕ ਇਹ ਗੱਲ ਮੰਨਦੇ ਨੇ ਕਿ ਅੱਜ ਵੀ ਬੀੜਾਂ ਜੁੜੇ ਹੋਏ ਅੱਖਰਾਂ ਵਾਲੀਆਂ ਹੋਣੀਆਂ ਚਾਹੀਦੀਆਂ ਨੇ। ਮੈਂ ਕਿਹਾ ਉਹਦੇ 'ਚ ਫਾਇਦਾ ਕਿਹਨੂੰ ਹੈ, ਤੁਹਾਨੂੰ ਜਾਂ ਮੈਨੂੰ? ਮੈਂ ਕਿਹਾ ਉਹਦੇ ਵਿੱਚ ਮੈਨੂੰ ਫਾਇਦਾ। ਕਿਉਂ? ਕਿਉਂਕਿ ਮੈਂ ਤਾਂ ਪੜ੍ਹ ਸਕਾਂਗਾ। ਇਸ ਵਾਸਤੇ ਪਾਠ ਤੁਸੀਂ ਆਪ ਨਹੀਂ ਕਰ ਸਕੋਗੇ, ਮੈਂ ਹੀ ਕਰ ਸਕਾਂਗਾ। ਜਦੋਂ ਪੁਜਾਰੀ ਇਹ ਗੱਲ ਕਹਿੰਦਾ ਹੈ, ਧਰਮ ਨੂੰ ਜਦੋਂ ਉਹ ਔਖਿਆਂ ਬਣਾ ਕੇ ਪੇਸ਼ ਕਰਦਾ ਹੈ, ਤਾਂ ਉਹਦਾ ਅਰਥ ਹੁੰਦਾ ਹੈ ਕਿ ਆਮ ਬੰਦਾ ਉਹ ਕੰਮ ਨਾ ਕਰ ਸਕੇ, ਕੇਵਲ ਪੁਜਾਰੀ ਕਰ ਸਕੇ। ਪੁਜਾਰੀ ਧਰਮ ਨੂੰ ਹਮੇਸ਼ਾ ਹੀ ਔਖਿਆਂ ਬਣਾ ਕੇ ਪੇਸ਼ ਕਰੇਗਾ ਤਾਂ ਕਿ ਧਰਮ ਜਾਂ ਧਰਮ ਦੀਆਂ ਕਿਰਿਆਵਾਂ ਪੁਜਾਰੀ ਦੀ ਮਨੋਪਲੀ ਬਣ ਕੇ ਰਹਿਣ, ਤੇ ਉਹਦੇ ਵਿੱਚ ਫਾਇਦਾ ਕਿਹਨੂੰ ਹੋਵੇ? ਪੁਜਾਰੀ ਨੂੰ ਫਾਇਦਾ ਹੋਵੇ। ਇਸ ਵਾਸਤੇ ਬਹੁਤ ਸਾਰੇ ਕਠਨ ਕਿਰਿਆ ਕਰਮ ਤੇ ਰੀਤਾਂ ਰਸਮਾਂ ਧਰਮ ਦੇ ਨਾਂ ਤੇ ਜਿਹੜੀਆਂ ਪ੍ਰਚਾਰੀਆਂ ਜਾਂਦੀਆਂ ਨੇ, ਉਹ ਆਮ ਲੋਕਾਂ ਦੁਆਰਾ ਨਹੀਂ, ਉਹ ਗ੍ਰੰਥਾਂ ਦੇ ਵਿੱਚ ਵੀ ਨਹੀਂ ਹੁੰਦੀਆਂ। ਮਰਿਆਦਾ ਦੇ ਨਾਂ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਵਿੱਚ ਪ੍ਰਚਲਿਤ ਨੇ, ਉਹ ਗੁਰਬਾਣੀ ਵਿੱਚ ਨਹੀਂ ਹੈਗੀਆਂ। ਉਹ ਕਿੰਨੇ ਬਣਾਈਆਂ ਨੇ? ਉਹ ਤੁਸੀਂ, ਤੁਹਾਡੇ ਵਰਗੇ ਆਮ ਲੋਕਾਂ ਨੇ ਵੀ ਨਹੀਂ ਬਣਾਈਆਂ, ਉਹ ਮੇਰੇ ਵਰਗੇ ਪੁਜਾਰੀਆਂ ਨੇ ਬਣਾਈਆਂ ਨੇ। ਕਾਹਦੇ ਵਾਸਤੇ? ਤਾਂ ਕਿ ਸਾਡੀ ਉਹ ਧਰਮ ਮਨੋਪਲੀ ਬਣਿਆ ਰਹੇ ਤੇ ਅਸੀਂ ਆਪਣੀ ਰੋਟੀ ਪਾਣੀ ਦਾ ਆਹਰ ਪਾਰ ਕਰਦੇ ਰਹੀਏ। ਪਰ ਉਹਦੇ ਨਾਲ ਨੁਕਸਾਨ ਕੀ ਹੋਇਆ? ਪੁਜਾਰੀ ਦੀ ਤੇ ਰੋਟੀ ਚੱਲਣ ਲੱਗ ਪਈ, ਆਮ ਲੋਕ ਅਗਿਆਨਤਾ ਦੇ ਹਨੇਰੇ ਦੇ ਵਿੱਚ ਹੀ ਰਹਿ ਗਏ। ਤੇ ਜਦੋਂ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ, ਜੇ ਪਰਜਾ ਗਿਆਨ ਤੋਂ ਹੀਣੀ ਹੋਏਗੀ ਤੇ ਫਿਰ ਉਹ ਆਪਣੇ ਦਿਮਾਗ ਦਾ, ਆਪਣੀ ਬੁੱਧੀ ਦਾ ਸਹੀ ਢੰਗ ਦੇ ਨਾਲ ਪ੍ਰਯੋਗ ਨਹੀਂ ਕਰ ਸਕੇਗੀ। ਫਿਰ ਅਗਿਆਨਤਾ ਦੇ ਹਨੇਰੇ ਵਿੱਚ ਬੰਦੇ ਨੂੰ ਜਿੰਨੇ ਲਾਇਆ ਗੱਲੇ, ਉਸੇ ਨਾਲ ਉੱਠ ਚੱਲੇ। ਵਾਪਰ ਨਹੀਂ ਰਿਹਾ ਸਿੱਖ ਜਗਤ ਦੇ ਵਿੱਚ। ਤੁਸੀਂ ਕਿਤੇ ਆਲੇ ਦੁਆਲੇ ਵੇਖੋ, ਇਵੇਂ ਤੇ ਹੁੰਦਾ ਹੈ। ਕੋਈ ਵੀ ਬੰਦਾ ਆਉਂਦਾ ਹੈ ਤੇ ਸਾਨੂੰ 4 ਦਿਨਾਂ ਬਾਅਦ ਗੁੰਮਰਾਹ ਕਰਕੇ, ਸਾਡਾ ਸ਼ੋਸ਼ਣ ਕਰਕੇ, ਲੁੱਟ ਖੋਹ ਕਰਕੇ ਚਲਿਆ ਜਾਂਦਾ ਹੈ। ਫਿਰ ਜਿਹੜਾ ਸ਼ੋਸ਼ਣ ਉਹਨੇ ਕੀਤਾ ਹੁੰਦਾ ਮੰਨਦਾ ਵੀ ਨਹੀਂ। ਮੈਂ ਕੱਲ ਹੀ ਡਿਬੇਟ ਸੁਣ ਰਿਹਾ ਸਾਂ, ਸਾਡਾ ਇੱਕ ਵੱਡੇ ਇਕੱਠ ਦੇ ਵਿੱਚੋਂ ਪੈਦਾ ਹੋਇਆ ਜਥੇਦਾਰ, ਉਹਦੇ ਨਾਲ ਇੱਕ ਸਾਡਾ ਵਿਦਵਾਨ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਬਹਿਸ ਹੋ ਰਹੀ ਸੀ। ਉਹ ਕਹਿਣ ਲੱਗਾ ਤੁਸੀਂ 2 ਜਾਣਿਆਂ ਨੇ ਸਾਡਾ ਇੱਕ ਮੋਰਚਾ ਵੇਚ ਦਿੱਤਾ, 3-4 ਕਰੋੜ ਰੁਪਏ ਦਾ ਉਹ ਬਲੇਮ ਲਾ ਰਿਹਾ ਸੀ। ਉਹ ਮੰਨ ਨਹੀਂ ਸੀ ਰਿਹਾ। ਉਹ ਕਹਿਣ ਲੱਗਾ ਤੁਹਾਡੇ ਉੱਤੇ ਤਾਂ ਸਰਕਾਰੀ ਰੇਟ ਵੀ ਹੋਈ ਸੀ, ਤੁਸੀਂ ਪੈਸਾ ਜਿਹੜਾ ਹੈ ਉਹ ਲੈ ਕੇ ਤੇ ਤੁਸੀਂ ਮੋਰਚਾ ਵੇਚਿਆ ਹੈ। ਪਰ ਕਮਾਲ ਦੀ ਗੱਲ ਹੈ, ਲੋਕਾਂ ਨੇ ਭਰੋਸਾ ਕੀਤਾ, ਉਹਨਾਂ ਦੇ ਸਿਰ ਤੇ ਵੱਡੇ ਵੱਡੇ ਇਕੱਠ ਹੋਏ, ਸਰਕਾਰਾਂ ਡਰੀਆਂ, ਏਜੰਸੀਆਂ ਡਰੀਆਂ, ਫਿਰ ਉਹਨਾਂ ਨੂੰ ਕਿਤੋਂ ਪੈਸਾ ਮਿਲ ਗਿਆ, ਉਹਨਾਂ ਨੇ ਮੋਰਚਾ ਚੱਕ ਲਿਆ। ਤੇ ਅੱਜ ਵੀ ਲੋਕ ਉਹਨਾਂ ਤੇ ਭਰੋਸਾ ਕਰਦੇ ਨੇ ਤੇ ਲੋਕ ਅੱਜ ਵੀ ਉਹਨਾਂ ਨੂੰ ਧਾਰਮਿਕ ਵਿਅਕਤੀ ਸਮਝਦੇ ਨੇ। ਪਰ ਕੌਣ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਤੁਰਦੇ ਨੇ, ਜਿਨ੍ਹਾਂ ਨੂੰ ਸਮਝ ਨਹੀਂ, ਜਿਨ੍ਹਾਂ ਨੂੰ ਗਿਆਨ ਨਹੀਂ ਤੇ ਸ਼ਬਦ ਸਾਡੀ ਸੁਰਤ ਨੂੰ ਇੰਨਾ ਤਿੱਖਿਆ ਕਰ ਦਿੰਦਾ ਹੈ ਕਿ ਬੰਦੇ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਗੱਲ ਕਰ ਰਹੇ ਹਾਂ ਆਪਾਂ ਨਨਕਾਣਾ ਸਾਹਿਬ ਦੇ ਸਾਕੇ ਦੀ। ਖਿਆਲ ਕਰਿਓ, ਗੁਰੂ ਸਾਹਿਬ ਨੇ ਗਿਆਨ ਦੇ ਰਾਹੀਂ ਸਾਨੂੰ ਕੀਤਾ ਸੀ ਤਗੜਾ, ਤਿੱਖਿਆ ਕੀਤਾ ਸੀ। ਪਰ ਜਦੋਂ ਸਾਡਾ ਰਾਜ ਆਇਆ, ਚਾਹੀਦਾ ਤੇ ਸੀ, ਆਪਾਂ ਹਮੇਸ਼ਾ ਕਹਿੰਦੇ ਸਾਂ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਪਰ ਜਦੋਂ ਸਾਡਾ ਰਾਜ ਆਇਆ, ਸਾਡੀ ਰਾਜ ਭਾਸ਼ਾ ਕਿਹੜੀ ਹੋਣੀ ਚਾਹੀਦੀ ਸੀ? ਸਾਡਾ ਗ੍ਰੰਥ ਕਿਹੜੀ ਭਾਸ਼ਾ 'ਚ ਲਿਖਿਆ ਹੋਇਆ ਸੀ? ਪੰਜਾਬੀ ਵਿੱਚ। ਸਾਡੇ ਕੋਲ ਅੱਖਰ ਕਿਹੜੇ ਸਨ? ਗੁਰਮੁਖੀ ਦੇ। ਤੁਹਾਨੂੰ ਪਤਾ ਸਾਡੇ ਰਾਜ ਦੀ ਜਿਹੜੀ ਸਰਕਾਰੀ ਭਾਸ਼ਾ ਸੀ ਉਹ ਕਿਹੜੀ ਸੀ? ਫਾਰਸੀ। ਪੜ੍ਹਾਇਆ ਕੀ ਜਾਂਦਾ ਸੀ? ਉਰਦੂ। ਗੁਰਮੁਖੀ ਤੇ ਕੇਵਲ ਗੁਰਦੁਆਰਿਆਂ ਵਿੱਚ ਪੜ੍ਹਾਈ ਜਾਂਦੀ ਸੀ। ਸਿੱਖ ਰਾਜ ਦੇ ਵਿੱਚ ਸਾਡੀ ਗਿਣਤੀ ਕਿੰਨੀ ਕੁ ਸੀ? ਵੱਧ ਤੋਂ ਵੱਧ 15-20%। ਉਸ ਰਾਜ ਦੇ ਵਿੱਚ ਸਾਡਾ ਪੁਜਾਰੀ ਵਰਗ ਨਹੀਂ ਮਹਾਰਾਜਿਆਂ ਨੂੰ ਇਹ ਕਹਿ ਸਕਿਆ ਕਿ ਭਾਈ ਗੁਰਮੁਖੀ ਪੜ੍ਹਾਉਣੀ ਚਾਹੀਦੀ ਹੈ। ਅੱਜ ਆਪਾਂ ਪੰਜਾਬੀ ਬੋਲੀ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਰੌਲਾ ਪਾ ਰਹੇ ਹਾਂ ਜੀ ਸਾਡੀਆਂ ਸਰਕਾਰਾਂ ਨੇ ਆਹ ਕਰ, ਸਾਡੀਆਂ ਸਰਕਾਰਾਂ ਨੇ ਨਹੀਂ ਯਤਨ ਕੀਤਾ, ਐ ਨਹੀਂ ਹੋਇਆ, ਉਹ ਨਹੀਂ ਹੋਇਆ। ਨਹੀਂ ਭਾਈ, ਜਿਹੜੇ ਰਾਜਾਂ ਦੀਆਂ ਅਸੀਂ ਦੁਹਾਈਆਂ ਪਾਉਂਦੇ ਹਾਂ, ਸਾਡੇ ਉਹਨਾਂ ਸਿੱਖ ਰਾਜਾਂ ਦੇ ਵਿੱਚ ਵੀ ਪੰਜਾਬੀ ਨੂੰ ਅਸੀਂ ਅੱਗੇ ਨਹੀਂ ਲਿਆ ਸਕੇ। ਗੁਰਮੁਖੀ ਦਾ ਅਸੀਂ ਉਹਨਾਂ ਸਮਿਆਂ ਵਿੱਚ ਵੀ ਪ੍ਰਚਾਰ ਨਹੀਂ ਕਰ ਸਕੇ। ਮੈਂ ਤਾਂ ਇਹ ਗੱਲ ਕੀਤੀ, ਮਾਤ ਭਾਸ਼ਾ ਦੀ ਵੀ ਗੱਲ ਹੋ ਰਹੀ। ਪਿਛਲੇ ਹਫ਼ਤੇ ਵਿੱਚ ਦੁਨੀਆ ਪੱਧਰ ਤੇ ਮਾਂ ਭਾਸ਼ਾ ਦਿਵਸ ਵੀ ਮਨਾਇਆ ਗਿਆ ਹੈ। ਕਿਉਂ ਸਿੱਖੀ ਕਮਜ਼ੋਰ ਹੋਈ? ਜਦੋਂ ਸਾਡਾ ਰਾਜ ਆਇਆ, ਅਸੀਂ ਰਾਜ ਦੇ ਮੱਧ ਵਿੱਚ, ਰਾਜ ਦੇ ਨਸ਼ੇ ਦੇ ਵਿੱਚ ਇੰਨਾ ਝੂਮਣ ਲੱਗ ਪਏ, ਅਸੀਂ ਭੁੱਲ ਹੀ ਗਏ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ। ਜੇ ਕਿਤੇ ਸਿੱਖ ਰਾਜ ਦੇ ਸਮੇਂ ਅਸੀਂ ਪੰਜਾਬੀ ਨੂੰ ਤੇ ਗੁਰਮੁਖੀ ਅੱਖਰਾਂ ਨੂੰ ਤਰਜੀਹ ਦਿੰਦੇ ਤੇ ਸ਼ਾਇਦ
ਆਜ਼ਾਦੀ ਦੇ ਸੰਘਰਸ਼ ਸਮੇਂ ਇਹ ਭਾਸ਼ਾ ਤਿੰਨ ਪੱਖਾਂ ਦੇ ਵਿੱਚ ਨਾ ਵੰਡੀ ਜਾਂਦੇ ਕਿ ਲੜ ਪੈਂਦੇ ਮੁਸਲਮਾਨ ਕਹਿੰਦੇ ਇਹ ਭਾਸ਼ਾ ਅਸੀਂ ਬੋਲਾਂਗੇ ਪਰ ਲਿਖਾਂਗੇ ਅਸੀਂ ਸ਼ਾਹਮੁਖੀ ਦੇ ਵਿੱਚ। ਹਿੰਦੂ ਵੀਰ ਨਾ ਕਹਿੰਦੇ ਭਾਵੇਂ ਅਸੀਂ ਬੋਲਦੇ ਹਾਂ ਪਰ ਦੇਵਨਾਗਰੀ ਲਿਪੀ ਵਿੱਚ ਲਿਖਣੀ ਚਾਹੀਦੀ ਹੈ। ਬਾਅਦ ਵਿੱਚ ਇੰਨੇ ਮੁਨਕਰ ਹੋ ਗਏ ਕਿ ਭਾਸ਼ਾ ਦੇ ਆਧਾਰ ਤੇ ਜਦੋਂ ਸੂਬੇ ਬਣ ਰਹੇ ਸਨ ਤੇ ਉਹਨਾਂ ਨੇ ਵੋਟ ਵੀ ਪੰਜਾਬੀ ਦੇ ਬਰਖਲਾਫ ਪਾਈ। ਅਸੀਂ ਕੰਮ ਨਹੀਂ ਕਰ ਸਕੇ ਜਦੋਂ ਸਾਨੂੰ ਕਰਨਾ ਚਾਹੀਦਾ ਸੀ। ਤੇ ਪਤਾ ਕਿੱਡੇ ਕਿੱਡੇ ਵੱਡੇ ਪੁਜਾਰੀ ਸਨ ਸਾਡੇ ਕੋਲ। ਕਈ ਪਿੰਡਾਂ ਦੀਆਂ ਜਾਇਦਾਦਾਂ ਸਨ ਉਦੋਂ ਗੁਰਦੁਆਰਿਆਂ ਦੇ ਨਾਮ ਤੇ। ਮਹੰਤ ਨਰੈਣ ਦਾਸ ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਦੇ ਵੱਡੇ ਪੁਜਾਰੀਆਂ ਦੇ ਵਿੱਚੋਂ ਸਭ ਤੋਂ ਵੱਡਾ ਪੁਜਾਰੀ ਸੀ। ਮੈਂ ਇੱਕ ਦਿਨ ਫੇਸਬੁੱਕ ਤੇ ਉਹਦੀ ਫੋਟੋ ਵੇਖੀ, ਉਹਦੀ ਫੋਟੋ ਮਿਲਦੀ ਨਹੀਂ ਪਰ ਕਿਸੇ ਪੰਜਾਬ ਤੋਂ ਬਾਹਰ ਦੀ ਸਟੇਟ ਦੀ ਅਖਬਾਰ, ਪੁਰਾਣੀ ਅਖਬਾਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹਦੀ ਫੋਟੋ ਛਪੀ ਸੀ। ਬੜਾ ਸੁਕੜਾ ਜਿਹਾ ਵਿਅਕਤੀ ਮਹੰਤ ਨਰੈਣ ਦਾਸ, ਪਰ ਛਾਤਰ ਬਹੁਤ ਵੇਗਾ, ਬੜਾ ਉਹਦਾ ਬ੍ਰੇਨ ਸ਼ਾਰਪ ਸੀ ਕਿਉਂਕਿ ਪੈਸਾ ਬਹੁਤ ਸੀ। ਨਨਕਾਣਾ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ, ਸਭ ਤੋਂ ਵੱਡਾ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ਮਾਨ ਹੋਏ, ਉਹਦਾ ਪ੍ਰਬੰਧ ਉਹਦੇ ਕੋਲ ਸੀ। ਜੱਦੀ ਪੁਸ਼ਤੀ ਉਹਦਾ ਪ੍ਰਬੰਧ ਉਹਦੇ ਕੋਲ ਚੱਲਦਾ ਆ ਰਿਹਾ ਸੀ। ਪਰ ਜਿੱਥੋਂ ਉਹ ਪੜ੍ਹਿਆ ਸੀ, ਜਿਹੜੀ ਉਹਦੀ ਸੋਚ ਸੀ, ਉਹ ਸੋਚ ਗੁਰੂ ਗ੍ਰੰਥ ਸਾਹਿਬ ਵਾਲੀ ਨਹੀਂ ਸੀ, ਸਿੱਖੀ ਵਾਲੀ ਸੋਚ ਨਹੀਂ ਸੀ। ਜਿਹੜੇ ਸਕੂਲ ਆਫ ਥਾਟ ਤੋਂ ਪੜ੍ਹਿਆ ਸੀ ਉਹ ਨਿਰਮਲਿਆਂ ਤੇ ਉਦਾਸੀਆਂ ਦੀ ਵਿਚਾਰਧਾਰਾ ਤੋਂ ਪੈਦਾ ਹੋਈ ਸੀ। ਇਸ ਵਾਸਤੇ ਜੋ ਉਹ ਕਰ ਰਿਹਾ ਸੀ, ਜੋ ਸਿੱਖ ਕੁਝ ਜਾਗਰਤ ਸਿੱਖ ਸਭਾ ਲਹਿਰ ਤੋਂ ਪੈਦਾ ਹੋਈ ਜਾਗਰਤੀ ਤੋਂ, ਜਾਂ ਚੀਫ ਖਾਲਸਾ ਦੀਵਾਨ ਦੀ ਜਾਗਰਤੀ ਤੋਂ ਪੈਦਾ ਹੋਈ ਜਾਗਰਤੀ ਨੂੰ ਸਮਝਣ ਵਾਲੇ ਜਾਗਰਤ ਹੋਏ ਸਿੱਖ ਜੋ ਚਾਹੁੰਦੇ ਸਨ, ਉਹਨੇ ਉਵੇਂ ਥੋੜੀ ਕਰਨਾ ਸੀ। ਉਹ ਕਰ ਰਿਹਾ ਸੀ ਜੋ ਉਹਨੇ ਪੜ੍ਹਿਆ ਸੀ। ਉਹਨੇ ਮੰਤਰਾਂ ਨੂੰ ਪੜ੍ਹਿਆ ਸੀ, ਜੰਤਰਾਂ ਨੂੰ ਪੜ੍ਹਿਆ ਸੀ। ਉਹ ਗੁਰਬਾਣੀ ਨੂੰ ਤੰਤਰ ਵਿਧੀ ਸਮਝਦਾ ਸੀ। ਆਪਾਂ ਮਹੰਤਾਂ ਨੂੰ ਕਹਿੰਦੇ ਹਾਂ ਕੱਢ ਦਿੱਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਏ। ਮੈਂ ਕਈ ਵਾਰ ਸਵਾਲ ਕਰਦਾ ਹਾਂ, ਮਹੰਤ ਗੁਰਦੁਆਰਿਆਂ ਵਿੱਚੋਂ ਕੱਢ ਦਿੱਤੇ, ਉਹਦੇ ਬਾਅਦ ਕਿੱਧਰ ਚਲੇ ਗਏ? ਮਹੰਤ ਨਰੈਣ ਦਾਸ ਜਿਹਦੇ ਕੀਤੇ ਹੋਏ ਕਾਰੇ ਵਿੱਚੋਂ 1.5 ਪੌਣੇ 200 ਸਿੱਖ ਮਾਰਿਆ ਗਿਆ, ਜਿਹਦਾ ਜੋ ਦਿਨ ਆਪਾਂ ਮਨਾ ਰਹੇ ਹਾਂ 20 ਫਰਵਰੀ, ਕੁਝ ਜਾਣੇ 21 ਮੰਨਦੇ ਨੇ, ਕੁਝ 20 ਮੰਨਦੇ ਨੇ। 21 ਫਰਵਰੀ 1921 ਨੂੰ ਜਿਹੜਾ ਕਾਰਾ ਹੋਇਆ, ਪੌਣੇ 200 ਸਿੱਖ ਉਹਨਾਂ ਨੇ ਕੋਹ ਕੇ ਮਾਰ ਦਿੱਤਾ, ਜਿਹੜੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬ ਵਿੱਚ ਗਏ ਸਨ। ਤੁਹਾਨੂੰ ਪਤਾ ਹੈ ਮਹੰਤ ਨਰੈਣ ਦਾਸ ਚੰਗਾ ਭਲਾ ਆਜ਼ਾਦੀ ਦੇ ਬਾਅਦ ਯੂਪੀ ਦੇ ਇਲਾਕੇ ਵਿੱਚ ਉਸ ਪਰਿਵਾਰ ਨੂੰ ਜ਼ਮੀਨ ਦੀ ਅਲਾਟਮੈਂਟ ਹੋਈ ਸੀ, ਪੂਰੀ ਉਮਰ ਭੋਗ ਕੇ ਉਹ ਬੰਦਾ ਮਰਿਆ। ਇਵੇਂ ਦੇ ਬਹੁਤ ਸਾਰੇ ਮਹੰਤ ਜਿਹੜੇ ਗੁਰਦੁਆਰਿਆਂ ਵਿੱਚੋਂ ਕੱਢੇ, ਉਹ ਕਿੱਥੇ ਚਲੇ ਗਏ? ਬਹੁਤ ਸਾਰੇ ਮਹੰਤਾਂ ਨੇ ਬਾਅਦ ਵਿੱਚ ਡੇਰੇ ਬਣਾਏ, ਲੋਕ ਤੇ ਭੁੱਲ ਵੀ ਗਏ ਨੇ। ਹੁਣ ਜਿਹੜਾ ਕਾਰਾ ਅਜਨਾਲੇ ਵਿਖੇ ਹੋਇਆ ਹੈ, ਉਹਦੇ ਵਿੱਚ ਇੱਕ ਖਬਰ ਆ ਰਹੀ ਸੀ ਜੀ, ਇੱਕ ਇੰਸਪੈਕਟਰ ਸਿਰ ਦੇ ਉੱਪਰ ਰੁਮਾਲ ਬੰਨ੍ਹ ਕੇ ਅੱਗੇ ਤੁਰ ਗਿਆ। ਬਾਅਦ ਵਿੱਚ ਪਤਾ ਲੱਗਿਆ ਜਿਹਦੇ ਬਾਰੇ ਬੜਾ ਕਿਹਾ ਜਾ ਰਿਹਾ ਸੀ, ਰੁਮਾਲ ਬੰਨ੍ਹ ਕੇ ਅੱਗੇ ਤੁਰ ਗਿਆ। ਖਿਆਲ ਕਰਿਓ, ਉਹ ਘੋਟਣੇ ਦਾ ਮੁੰਡਾ ਸੀ ਜਿਹਨੇ ਘੋਟਣਾ ਚੜ੍ਹ ਕੇ ਸਿੱਖ ਨੌਜਵਾਨਾਂ ਨੂੰ 84 ਦੇ ਤੋਂ ਬਾਅਦ ਉਹ ਕੇ ਮਾਰੇ। ਅਸੀਂ ਤਾਂ ਭੁੱਲ ਹੀ ਜਾਂਦੇ ਹਾਂ ਬਹੁਤ ਸਾਰੀਆਂ ਗੱਲਾਂ। ਠੀਕ ਹੈ, ਇੱਕ ਆਫੀਸਰ ਉਹ ਵੀ ਸੀ। ਜਿਹੜਾ ਦਿਨ ਮਨਾ ਰਹੇ ਹਾਂ, ਕਹਿੰਦੇ ਨੇ ਲక్ష్మణ ਸਿੰਘ ਧਾਰੋਵਾਲੀ, ਜਿਹਨੂੰ ਪੁੱਠਾ ਟੰਗ ਕੇ, ਕੁਝ ਰਵਾਇਤਾਂ ਕਹਿੰਦੇ ਨੇ ਪੁੱਠਾ ਟੰਗ ਕੇ ਤੇ ਅੱਗ ਲਾ ਕੇ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ। ਉਹਦਾ ਪੋਤਰਾ ਵੀ ਉੱਥੇ ਆਫੀਸਰ ਸੀ ਅਮਰਧਾਰੀ, ਜਿਹਦੇ ਜ਼ਿਆਦਾ ਬਿਆਨ ਆਏ ਕਿ ਅਸੀਂ ਤੇ ਮਹਾਰਾਜ ਦਾ ਸਨਮਾਨ ਕੀਤਾ। ਮੈਂ ਉਸ ਘਟਨਾ ਦੀ ਪੈਰਵੀ ਕਰ ਰਿਹਾ, ਉਹ ਵੀ ਬੜੀ ਵੱਡੀ ਬੇਵਕੂਫੀ ਹੈ ਕਿ ਮਹਾਰਾਜ ਦੇ ਸਰੂਪ ਨੂੰ ਅੱਗੇ ਲਾ ਕੇ ਤੇ ਤੁਸੀਂ ਜਾ ਕੇ ਕਿਸੇ ਥਾਣੇ ਦੇ ਉੱਪਰ ਕਬਜ਼ਾ ਕਰ ਲਓ। ਜੇ ਉੱਥੇ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਫੇਰ। ਪਰ ਉਹਦੇ ਵਿੱਚ ਵੀ ਕਿੰਨੀ ਵੱਡੀ ਸਮੱਸਿਆ ਇਹ ਹੈ, ਉਹ ਵੀਰ ਇਹ ਉਦਾਹਰਨ ਦਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਗਏ ਹਾਂ। ਉਹ ਭਾਈ ਅਗਵਾਈ ਸਥੂਲ ਰੂਪ ਵਿੱਚ ਥੋੜੀ ਲੈਣੀ ਹੈ, ਅਗਵਾਈ ਤੇ ਲੈਣੀ ਹੈ ਗਿਆਨ ਦੀ, ਦਿਮਾਗ ਵਿੱਚ ਗਿਆਨ ਪਾਉਣਾ। ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਗਿਆਨ, ਕਿਉਂਕਿ ਗੁਰੂ ਸ਼ਬਦ ਹੈ, ਜਿੱਦਣ ਉਹਦੀ ਅਗਵਾਈ ਸਾਡੇ ਦਿਮਾਗ ਦੇ ਵਿੱਚ ਟਿਕ ਗਏ, ਫਿਰ ਅਸੀਂ ਗਲਤੀਆਂ ਨਹੀਂ ਕਰਾਂਗੇ। ਨਹੀਂ ਤੇ ਅਸੀਂ ਉਹ ਕਾਰੇ ਕਰਾਂਗੇ ਜਿਹੜੇ ਕਾਰੇ ਕਰਨ ਦੇ ਨਾਲ ਇੱਜ਼ਤ ਘੱਟ ਤੇ ਬੇਇੱਜ਼ਤੀ ਵੱਧ ਹੋਏਗੀ। ਪੂਰਾ ਹਿੰਦੁਸਤਾਨ ਦਾ ਨੈਸ਼ਨਲ ਮੀਡੀਆ ਉਹਨੇ ਜਿਹੜਾ ਸਾਡਾ ਰੂਪ, ਪਹਿਲਾਂ ਹੀ ਉਹ ਤੇ ਕੋਈ ਘੱਟ ਨਹੀਂ ਸਾਡੇ ਨਾਲ ਕਮਾਲ ਹੈ, ਪਰ ਹੁਣ ਜਿਹੜਾ ਰੂਪ ਸਾਡਾ ਦਿਖਾਇਆ ਹੈ, ਬੜਾ ਖਤਰਨਾਕ ਰੂਪ ਦਿਖਾਇਆ, ਕੋਈ ਉਹਦੇ ਨਾਲ ਸਾਡਾ ਫਾਇਦਾ ਨਹੀਂ ਹੋਇਆ। ਪਰ ਇੱਕ ਗੱਲਾਂ ਵਿੱਚੋਂ ਜੇ ਗੱਲ ਨਿਕਲੀ, ਇੱਕ ਗੱਲ ਜ਼ਰੂਰ ਖਿਆਲ ਕਰਿਓ ਕਿ ਜੇ ਮੈਂ ਵੀ 2 ਅੱਖਰ ਕਹਿ ਦਿੱਤੇ ਨੇ ਨਾ,
ਤੇ ਹੁਣ ਕੌਮ ਦੇ ਵਿੱਚ ਇੰਨੀ ਕੁ ਸਮਝ ਤੇ ਜਾਗਰਤੀ ਆ ਗਈ ਹੈ ਕਿ ਹੁਣ ਕੁਝ ਟੁੱਕੜਬਾਜ਼ ਪੱਤਰਕਾਰਾਂ ਨੇ ਕੀ ਬੋਲਣਾ, ਸਿਆਣੇ ਪੱਤਰਕਾਰ ਬੋਲੇ ਨੇ, ਸਿਆਣੇ ਪ੍ਰਚਾਰਕ ਧਾਰਮਿਕ ਲੋਕ ਬੋਲੇ ਨੇ, ਸਿਆਣੇ ਲੋਕਾਂ ਨੇ ਇਹ ਜੀਆਂ ਗਲਤ ਕਾਰਵਾਈਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇ ਕਿਤੇ 84 ਦੇ ਨੇੜੇ ਤੇੜੇ ਜਦੋਂ ਕੁਝ ਲੋਕ, ਜੇ ਅਗਲਾ ਬੰਦਾ ਸਿਗਰਟ ਦੀਆਂ ਡੱਬੀਆਂ ਤੁਹਾਡੇ ਧਰਮ ਸਥਾਨ ਤੇ ਸੁੱਟ ਰਿਹਾ ਹੈ ਤੇ ਸਾਨੂੰ ਗੁਰੂ ਇਹ ਇਜਾਜ਼ਤ ਨਹੀਂ ਸੀ ਦਿੰਦਾ ਕਿ ਗੁੱਸੇ ਵਿੱਚ ਆ ਕੇ ਕੋਈ ਸਿੱਖ ਗਾਂ ਦੀ ਪੂਛ ਵੱਢ ਕੇ ਕਿਸੇ ਦੇ ਮੰਦਿਰ ਵਿੱਚ ਸੁੱਟ ਆਵੇ ਜਾਂ ਕੋਈ ਐਵੇਂ ਦੀ ਹਰਕਤ ਕਰੇ। ਜੇ ਐਵੇਂ ਦੀਆਂ ਹਰਕਤਾਂ ਦਾ ਜਾਂ ਬੱਸਾਂ ਵਿੱਚੋਂ ਲਾ ਕੇ ਜੇ ਗੁੱਸੇ ਵਿੱਚ ਆ ਕੇ ਕੁਝ ਹਿੰਦੂਆਂ ਦਾ ਕਤਲ ਸਿੱਖ ਨੌਜਵਾਨਾਂ ਨੇ ਕੀਤਾ, ਜੇ ਉਦੋਂ ਜੁਰਤ ਕੀਤੀ ਹੁੰਦੀ ਪ੍ਰਚਾਰਕਾਂ ਨੇ, ਪੱਤਰਕਾਰਾਂ ਨੇ, ਸਿਆਣੇ ਲੋਕਾਂ ਨੇ, ਤੇ ਲਹਿਰ ਕੁਝ ਫਾਇਦਾ ਲੈ ਕੇ ਜਾਂਦੀ। ਜਿੰਨੀਆਂ ਕੁਰਬਾਨੀਆਂ ਉਦੋਂ ਸਿੱਖਾਂ ਨੇ ਦਿੱਤੀਆਂ ਉਹਦਾ ਮੁੱਲ ਪੈਣਾ ਸੀ। ਜੇ ਲਹਿਰ ਫੇਲ ਹੋਈ, ਕੁਝ ਵੀ ਨਹੀਂ ਮਿਲਿਆ, ਉਹਦਾ ਇੱਕ ਹੀ ਕਾਰਨ ਹੈ, ਜਿਹੜੀਆਂ ਗਲਤੀਆਂ ਉਦੋਂ ਆਪਾਂ ਕਰ ਰਹੇ ਸਾਂ ਉਹਨਾਂ ਗਲਤੀਆਂ ਨੂੰ ਕੰਡੈਮ ਕਰਨ ਵਾਲਾ, ਰੋਕਣ ਵਾਲਾ ਕੋਈ ਵਿਅਕਤੀ ਨਹੀਂ ਸੀ, ਸਾਰੇ ਡਰੇ ਹੋਏ ਸਨ। ਪਰ ਹੁਣ ਜੇ ਕੋਈ ਕੱਲ ਨੂੰ ਲਹਿਰ ਚੱਲ ਵੀ ਪਵੇ ਤੇ ਹੋ ਸਕਦਾ ਹੈ ਅਸੀਂ ਕੁਝ ਫਾਇਦਾ ਵੀ ਲੈ ਲੱਗੀਏ, ਕਿਉਂਕਿ ਹੁਣ ਲੋਕ ਗਲਤੀਆਂ ਦਾ ਵਿਰੋਧ ਕਰਨ ਲੱਗ ਪਏ ਨੇ। ਇਹ ਇੱਕ ਪੋਜ਼ਿਟਿਵ ਰੀਤ ਸ਼ੁਰੂ ਹੋਈ। ਖੈਰ, ਮੈਂ ਗੱਲ ਮਹੰਤ ਨਰੈਣ ਦਾਸ ਦੀ ਕਰ ਰਿਹਾ ਸੀ। ਮਹੰਤ ਨਰੈਣ ਦਾਸ ਇੱਕ ਪੁਜਾਰੀ ਸੀ। ਬੈਕਗ੍ਰਾਉਂਡ ਜਿੱਥੋਂ ਉਹਨੇ ਗਿਆਨ ਲਿਆ, ਜਿੱਥੋਂ ਉਹਨੇ ਸਮਝ ਲਏ, ਉਹਨੇ ਉਹ ਸਮਝ ਨਹੀਂ ਸੀ ਲਈ ਕਿ ਲੋਕਾਂ ਦੀ ਬੁੱਧੀ ਨੂੰ ਤਿੱਖੀਆਂ ਕੀਤਾ ਜਾਏ। ਉਹਨੇ ਤੇ ਇਹੋ ਹੀ ਗਿਆਨ ਲਿਆ ਸੀ ਕਿ ਆਹ ਪਾਠ ਕਰਨ ਨਾਲ ਆਹ ਸੁੱਖ ਮਿਲਦਾ ਹੈ ਤੇ ਫਲਾਣਾ ਪਾਠ ਕਰਨ ਦੇ ਨਾਲ ਫਲਾਣਾ ਪਦਾਰਥ ਮਿਲਦਾ ਹੈ। ਉਹਨਾਂ ਨੇ ਕੇਵਲ ਬਾਹਰ ਮੁਖੀ ਧਰਮ ਨੂੰ ਪ੍ਰਚਾਰਿਆ ਕਿ ਇਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਨੇ, ਇਹੋ ਜਿਹੀਆਂ ਰੀਤਾਂ ਕਰਨੀਆਂ ਚਾਹੀਦੀਆਂ ਨੇ, ਇਹੋ ਜਿਹੇ ਸਮੇਂ ਆਹ ਰਸਮਾਂ ਕਰਨੀਆਂ ਚਾਹੀਦੀਆਂ ਨੇ। ਉਹਦੇ ਤੋਂ ਇਲਾਵਾ ਉਹਨਾਂ ਨੇ ਗਿਆਨ ਨਹੀਂ ਦਿੱਤਾ ਕਿ ਬੁੱਧੀ ਨੂੰ ਤਿੱਖੀਆਂ ਕਰਨਾ ਚਾਹੀਦਾ ਹੈ। ਤੇ ਖਿਆਲ ਕਰਿਓ, ਇਹ ਜਿਹੜਾ ਗਿਆਨ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦਾ ਕੀ ਅਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਅੱਗੇ ਤੁਰ ਪਾਓ। ਇਹ ਗਿਆਨ ਪੁੱਠਾ ਗਿਆਨ। ਸਿੱਧਾ ਗਿਆਨ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰੋ ਤੇ ਉੱਥੋਂ ਪ੍ਰੇਰਨਾ ਲੈ ਕੇ ਫਿਰ ਕੋਈ ਸੰਘਰਸ਼ ਵਿੰਡੋ, ਉਹਦੇ ਵਿੱਚ ਤੁਹਾਡੀ ਜਿੱਤ ਹੋਏਗੀ। ਪਰ ਜਦੋਂ ਤੁਸੀਂ ਕੇਵਲ ਬਾਹਰ ਮੁਖੀ ਧਰਮ ਨੂੰ ਵੇਖੋਗੇ ਫਿਰ ਤੁਹਾਨੂੰ ਐਵੇਂ ਲੱਗੇਗਾ ਮਹਾਰਾਜ ਦੀ ਅਗਵਾਈ ਹੋ ਰਹੀ ਹੈ। ਪਰ ਮਹਾਰਾਜ ਦੀ ਅਗਵਾਈ ਐਵੇਂ ਨਹੀਂ ਹੁੰਦੀ। ਮਹਾਰਾਜ ਦੀ ਅਗਵਾਈ ਦਾ ਅਰਥ ਹੈ ਗੁਰੂ ਦਾ ਗਿਆਨ, ਗੁਰੂ ਦੀ ਸਮਝ, ਗੁਰੂ ਦਾ ਸਿਧਾਂਤ। ਉਹ ਸੋਚ ਨੂੰ ਲੈ ਕੇ ਜਦੋਂ ਅਸੀਂ ਤੁਰਾਂਗੇ, ਕੋਈ ਵੀ ਸੰਘਰਸ਼ ਵਿੰਡਾਂਗੇ, ਉਹਦੇ ਵਿੱਚ ਜਿੱਤ ਹੋਏਗੀ। ਨਹੀਂ ਤੇ ਤਿਰਸਕਾਰ ਜ਼ਿਆਦਾ ਹੋਏਗਾ, ਨੁਕਸਾਨ ਜ਼ਿਆਦਾ ਹੋਏਗਾ, ਫਾਇਦਾ ਕੋਈ ਵੀ ਨਹੀਂ ਹੋਏਗਾ। ਮੈਂ ਅੱਗੇ ਵੀ ਕਈ ਵਾਰ ਕਿਹਾ ਕਰਦਾ ਹਾਂ, ਅਸੀਂ ਬੜੀਆਂ ਕੁਰਬਾਨੀਆਂ ਦਿੱਤੀਆਂ। ਸਿਆਣੇ ਕਹਿੰਦੇ ਨੇ ਕਿ ਸੱਪ ਵੀ ਕਈ ਵਾਰ ਨਹੀਂ ਮਰਦਾ ਤੇ ਡਾਂਗ ਵੀ ਕਈ ਜਣੇ ਤੁੜਾ ਪੈਂਦੇ ਨੇ। ਸਾਡਾ ਉਹੀ ਹਾਲ ਹੁੰਦਾ ਹੈ। ਸੱਪ ਫੁੰਕਾਰੇ ਮਾਰਦਾ ਰਹਿੰਦਾ, ਜਿਹੜੀ ਡਾਂਗ ਲੈ ਕੇ ਆਪਾਂ ਅੱਗੇ ਹੁੰਦੇ ਹਾਂ ਉਹ ਡਾਂਗ ਸਾਡੀ ਟੁੱਟ ਜਾਂਦੀ ਹੈ। ਪਰ ਜੇ ਗੁਰੂ ਦਾ ਗਿਆਨ ਸਾਡੇ ਕੋਲ ਹੋਏਗਾ ਫਿਰ ਤਾਂ ਡਾਂਗ ਤੋਂ ਬਿਨਾਂ ਵੀ ਆਪਾਂ ਸੱਪ ਨੂੰ ਮਾਰ ਸਕਦੇ ਹਾਂ। ਮੈਂ ਇੱਕ ਦਿਨ ਇੱਥੇ ਇੱਕ ਗੱਲ ਕਹੀ ਸੀ, ਆਪਾਂ ਗਾਂਧੀ ਨੂੰ ਬੜਾ ਬੁਰਾ ਭਲਾ ਕਹਿੰਦੇ ਹਾਂ। ਮੈਂ ਵੀ ਕਹਿੰਦਾ ਰਿਹਾ ਹਾਂ ਜਦੋਂ ਮੈਨੂੰ ਸਮਝ ਨਹੀਂ ਸੀ ਕਿ ਲਓ ਜੇ ਕਿਤੇ ਚਰਖੇ ਚਲਾ ਕੇ ਆਜ਼ਾਦੀਆਂ ਮਿਲਦੀਆਂ ਨੇ, ਆਜ਼ਾਦੀਆਂ ਤੇ ਚਰਖੜੀ ਤੇ ਚੜ ਕੇ ਮਿਲਦੀਆਂ ਨੇ। ਭਾਈ ਅਸੀਂ ਗਾਂਧੀ ਨੂੰ ਕਾਹਦੇ ਵਾਸਤੇ ਮਾੜਾ ਕਹੀਏ? ਉਹ ਕੋਈ ਸਾਡਾ ਲੀਡਰ ਸੀ, ਉਹ ਤੇ ਹਿੰਦੂ ਵੀਰਾਂ ਦਾ ਲੀਡਰ ਸੀ। ਪਰ ਆਪਣੀ ਕੌਮ ਵਾਸਤੇ ਬਿਨਾਂ ਚਰਖੜੀ ਤੇ ਚੜਿਆ ਉਹਨੇ ਆਜ਼ਾਦੀ ਲੈ ਕੇ ਦਿੱਤੀ। ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਅਸੀਂ ਚਰਖੜੀਆਂ ਤੇ ਚੜ ਗਏ, ਅਸੀਂ ਕਾਲੇ ਪਾਣੀ ਚਲੇ ਗਏ, ਫਾਂਸੀਆਂ ਤੇ ਚੜ ਗਏ, ਅਸੀਂ ਐਵੇਂ ਸਰਕਾਰ ਦੀਆਂ ਗੋਲੀਆਂ ਨਾਲ ਮਰ ਗਏ। ਉਹ ਭਾਈ ਫਾਇਦਾ ਕੀ ਹੋਇਆ ਇੰਨਾ ਮਰਨ ਲਈ? ਅਸੀਂ ਕੁਰਬਾਨੀ ਕਿਹਦੇ ਵਾਸਤੇ ਕਰ ਰਹੇ ਸਾਂ 47 ਤੋਂ ਪਹਿਲਾਂ? ਇਹਦਾ ਅਰਥ ਕਿ ਸਾਡੇ ਲੀਡਰ ਸਿਆਣੇ ਨਹੀਂ ਸਨ, ਨੁਕਸਾਨ ਜ਼ਿਆਦਾ ਕਰਵਾ ਲਿਆ, ਪ੍ਰਾਪਤੀ ਕੁਝ ਵੀ ਨਹੀਂ ਹੋਈ। ਜਿਨ੍ਹਾਂ ਨੂੰ ਅਸੀਂ ਗਾਲਾਂ ਕੱਢੀ ਜਾਂਦੇ ਹਾਂ, ਉਹਨਾਂ ਲੀਡਰਾਂ ਨੇ ਆਪਣੀਆਂ ਕੌਮਾਂ ਵਾਸਤੇ ਫਾਇਦਾ ਕਰਕੇ ਦਿੱਤਾ ਤੇ ਨੁਕਸਾਨ ਉਹਨਾਂ ਨੇ ਆਪਣੀਆਂ ਕੌਮਾਂ ਦਾ ਘੱਟ ਕਰਾਇਆ। ਇਹਦੇ ਵਿੱਚ ਉਹਨਾਂ ਨੂੰ ਗਾਲਾਂ ਕੱਢਣ ਦੀ ਲੋੜ ਨਹੀਂ, ਸਗੋਂ ਉਹਨਾਂ ਦੀ ਸ਼ਲਾਘਾ ਕਰਨ ਦੀ ਲੋੜ ਹੈ ਤੇ ਸਾਨੂੰ ਸਿੱਖਣ ਦੀ ਲੋੜ ਹੈ ਸਾਡੇ ਲੀਡਰਾਂ ਨੂੰ ਕਿ ਭਾਈ ਲੀਡਰ ਉਹ ਹੁੰਦਾ ਹੈ ਜਿਹੜਾ ਕੌਮ ਦਾ ਨੁਕਸਾਨ ਘੱਟ ਕਰਾਵੇ ਤੇ ਕੌਮ ਦਾ ਫਾਇਦਾ ਜ਼ਿਆਦਾ ਕਰੇ। ਪਰ ਇਹ ਤਾਂ ਹੋ ਸਕਦਾ ਹੈ ਜੇ ਗੁਰੂ ਦੇ ਗਿਆਨ ਦੀ ਅਗਵਾਈ ਲਵਾਂਗੇ, ਜੇ ਕੇਵਲ ਗ੍ਰੰਥ ਰੂਪ ਦੇ ਵਿੱਚ ਅਗਵਾਈ ਲਵਾਂਗੇ ਤੇ ਫਿਰ ਕੁਝ ਵੀ ਹੋ ਸਕਦਾ, ਫਿਰ ਕੁਝ ਵੀ ਵਾਪਰ ਸਕਦਾ, ਫਿਰ ਨੁਕਸਾਨ ਹੋਏਗਾ, ਫਾਇਦਾ ਨਹੀਂ ਹੋਏਗਾ। ਪਰ ਜੇ ਜੁਗਤ ਹੋਏਗੀ, ਰਣਨੀਤੀ ਜੁਗਤੀ ਕਿੱਥੋਂ ਪੈਦਾ ਹੁੰਦੀ? ਗਿਆਨ ਦੇ ਵਿੱਚੋਂ, ਸਮਝ ਦੇ ਵਿੱਚੋਂ। ਜੇ ਰਣਨੀਤੀ ਹੋਏਗੀ, ਜੁਗਤੀ ਹੋਏਗੀ ਤੇ ਫਿਰ ਬਿਨਾਂ ਨੁਕਸਾਨ ਝੱਲਿਆਂ ਵੀ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਪੁਜਾਰੀ ਨਹੀਂ ਚਾਹੁੰਦਾ
ਕਿ ਇਵੇਂ ਲੋਕ ਸਿਆਣੇ ਹੋ ਜਾਣ। ਇਸ ਕਰਕੇ ਪੁਜਾਰੀ ਕਦੀ ਗਿਆਨ ਨਹੀਂ ਦੇਗਾ, ਕਿਉਂਕਿ ਪੁਜਾਰੀ ਦੀ ਰੋਟੀ ਤਾਂ ਚੱਲੇਗੀ ਜੇ ਜਨਤਾ ਮੂਰਖ ਹੋਏਗੀ, ਅਗਿਆਨੀ ਹੋਏਗੀ। ਇਸ ਵਾਸਤੇ ਪੁਜਾਰੀ ਧਰਮ ਗ੍ਰੰਥ ਦੇ ਗਿਆਨ ਨੂੰ ਲੁਕੋ ਕੇ ਰੱਖਦਾ ਹੈ। ਹੁਣ ਵੇਖੋ, ਜਦੋਂ ਉਸ ਸਮੇਂ ਦਾ ਸਭ ਤੋਂ ਵੱਡਾ ਪੁਜਾਰੀ ਮਹੰਤ ਨਰੈਣ ਦਾਸ, ਤੁਹਾਡਾ ਕੀ ਇਰਾਦਾ ਹੈ ਕਿ ਉਹ ਧਾਰਮਿਕ ਰਸਮਾਂ ਰਿਵਾਜ ਉਹ ਚੀਜ਼ਾਂ ਕਰ ਨਹੀਂ ਸੀ ਰਿਹਾ, ਸਾਰਾ ਕੁਝ ਕਰ ਰਿਹਾ ਸੀ। ਪਰ ਜਾਗਰਤ ਲੋਕ ਇਹ ਸੋਚਦੇ ਸਨ ਕਿ ਗੁਰਮਤਿ ਦੀ ਸਹੀ ਵਿਚਾਰਧਾਰਾ ਦੱਸ ਕੇ ਜਿਵੇਂ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ, ਉਹੋ ਜਿਹੇ ਲੋਕ ਪ੍ਰਬੰਧ ਦੇ ਵਿੱਚ ਹੋਣੇ ਚਾਹੀਦੇ ਨੇ, ਉਵੇਂ ਦੇ ਧਾਰਮਿਕ ਸੇਵਾਦਾਰ ਹੋਣੇ ਚਾਹੀਦੇ ਨੇ। ਉਸ ਵਾਸਤੇ ਉਹਨਾਂ ਨੇ ਯਤਨ ਕੀਤਾ ਕਿ ਗੁਰਦੁਆਰਿਆਂ ਨੂੰ ਇਹੋ ਜਿਹੇ ਨਿਕੰਮੇ ਪੁਜਾਰੀਆਂ ਦੇ ਚੁੰਗਲ ਵਿੱਚੋਂ ਛਡਾਇਆ ਜਾਏ, ਜਿਹੜੇ ਕਿ ਰਾਜਿਆਂ ਦੀ ਦਿੱਤੀ ਹੋਈ ਗੁਰਦੁਆਰਿਆਂ ਦੇ ਨਾਂ ਤੇ ਵੱਡੀ ਜਾਇਦਾਦ ਦਾ ਆਪਣੇ ਪਦਾਰਥਿਕ, ਪਰਿਵਾਰਕ ਤੇ ਸਰੀਰਕ ਸੁੱਖਾਂ ਵਾਸਤੇ ਪ੍ਰਯੋਗ ਕਰ ਰਹੇ ਨੇ, ਸਮਾਜ ਨੂੰ ਦੇ ਕੁਝ ਨਹੀਂ ਰਹੇ ਬਲਕਿ ਸ਼ੋਸ਼ਣ ਕਰ ਰਹੇ ਨੇ। ਤੇ ਉਹ ਅੱਗੇ ਹੋਏ ਤੇ ਫਿਰ ਪੁਜਾਰੀ ਕਿੱਥੋਂ ਤੱਕ ਜਾ ਸਕਦਾ ਹੈ ਆਪਣੀ ਮਨੋਪਲੀ ਬਣਾਈ ਰੱਖਣ ਵਾਸਤੇ? ਉਹ ਫਿਰ ਮਹੰਤ ਨਰੈਣ ਦਾਸ ਨੇ ਕਰਕੇ ਦਿਖਾਇਆ। ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀ ਸਿੱਖੀ ਨਾਲ, ਸਿੱਖਾਂ ਦੇ ਨਾਲ, ਬਾਣੀ ਦੇ ਨਾਲ। ਜਦੋਂ ਅਗਲੇ ਨੇ ਬਦਮਾਸ਼ ਬੁਲਾ ਕੇ ਸ਼ਾਂਤਮਈ ਸਿੱਖਾਂ ਦੇ ਉੱਪਰ ਹਮਲਾ ਕਰਵਾਇਆ ਤੇ ਉਹ ਗੋਲੀਆਂ ਜਿੱਥੇ ਤਾਬਿਆ ਬੈਠੇ ਹੋਏ ਭਾਈ ਲక్ష్మణ ਸਿੰਘ ਧਾਰੋਵਾਲੀ ਦੇ ਸੀਨੇ ਦੇ ਵਿੱਚ ਵੱਜੀਆਂ, ਤੇ ਜਦੋਂ ਉਹ ਬੇਹੋਸ਼ ਹੋ ਕੇ ਮਹਾਰਾਜ ਦੇ ਉੱਪਰ ਡਿੱਗੇ ਤਾਂ ਉਹਨਾਂ ਦਾ ਖੂਨ ਵੀ ਉਸ ਗ੍ਰੰਥੋਂ ਸ਼ਹੀਦੀ ਪੀੜ ਕਿਹਾ ਜਾਂਦਾ, ਉਹਦੇ ਉੱਪਰ ਖੂਨ ਵੀ ਉਹਨਾਂ ਦਾ ਲੱਗਿਆ ਹੋਇਆ, ਔਰ ਉਸ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਗੋਲੀਆਂ ਵੀ ਵੱਜੀਆਂ ਮਹੰਤ ਦੇ ਬਦਮਾਸ਼ਾਂ ਦੁਆਰਾ ਚਲਾਈਆਂ ਹੋਈਆਂ। ਉਹਨੂੰ ਕੋਈ ਲੈਣਾ ਦੇਣਾ ਥੋੜੀ ਸੀ। ਪਰ ਕਮਾਲ ਦੀ ਗੱਲ ਹੈ, ਕਿੰਨੀ ਵੱਡੀ ਬੇਅਦਬੀ ਕੀਤੀ ਮਹੰਤ ਨਰੈਣ ਦਾਸ ਨੇ। ਔਰ ਬੇਅਦਬੀ ਕਿੱਥੇ ਹੋਈ? ਸਾਡੇ ਕੇਂਦਰੀ ਸਥਾਨ ਨਨਕਾਣਾ ਸਾਹਿਬ ਦੇ ਵਿੱਚ। ਦੂਜਿਆਂ ਦੇ ਉੱਪਰ ਆਪਾਂ ਕਈ ਵਾਰ ਸਵਾਲੀਆ ਚਿੰਨ੍ਹ ਉਠਾਉਂਦੇ ਹਾਂ, ਬੇਅਦਬੀਆਂ ਤੇ ਆਪਣਿਆਂ ਨੇ ਕਈ ਵਾਰ ਕੀਤੀਆਂ। ਤੁਸੀਂ ਕਹੋਗੇ ਜੋ ਤੇ ਮਹੰਤ ਨਰੈਣ ਦਾਸ ਸੀ। ਉਹ ਗੁਰਮੁਖੋ, ਥੋੜਾ ਆਪਣੇ ਦਿਮਾਗ ਨੂੰ ਫਰੈਸ਼ ਕਰਕੇ ਜੇ ਸੋਚਣਾ ਸ਼ੁਰੂ ਕਰੋਗੇ ਨਾ, ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਡੇਰੇ ਨੇ ਤੇ ਤੁਹਾਨੂੰ ਹੁਣ ਚੇਤਾ ਆਉਣ ਲੱਗ ਪਏਗਾ ਵੱਡੇ ਡੇਰਿਆਂ ਦੀਆਂ ਉਹਨਾਂ ਲੜਾਈਆਂ ਦਾ, ਜਿਹੜੀਆਂ ਲੜਾਈਆਂ ਗੁਰਦੁਆਰਿਆਂ ਦੇ ਵਿੱਚ ਹੋਈਆਂ ਨੇ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤਾਬਿਆ ਬੈਠੇ ਹੋਏ ਬੰਦਿਆਂ ਨੂੰ ਗੋਲੀਆਂ ਮਾਰ ਕੇ ਡੇਰਿਆਂ ਤੇ ਕਬਜ਼ਾ ਕਰਨ ਵਾਸਤੇ ਬੰਦੇ ਮਾਰੇ ਗਏ ਨੇ। ਨਿਹੰਗਾਂ ਦੇ ਡੇਰਿਆਂ ਤੇ ਕਬਜ਼ਾ ਕਰਨ ਤੋਂ ਹੋਈਆਂ ਲੜਾਈਆਂ ਵਿੱਚ ਕਈ ਵਾਰ ਬੇਅਦਬੀ ਹੋਈ ਹੈ। ਇਹਨਾਂ ਮੁਲਕਾਂ ਦੇ ਵਿੱਚ ਗੁਰਦੁਆਰਾ ਪ੍ਰਬੰਧ ਨੂੰ ਖੋਹਣ ਵਾਸਤੇ ਜਦੋਂ ਆਪਸ ਵਿੱਚ ਪ੍ਰਬੰਧਕ ਲੜੇ ਨੇ, ਪੱਗਾਂ ਮਹਾਰਾਜ ਦੀ ਹਜ਼ੂਰੀ ਵਿੱਚ ਲੱਥੀਆਂ ਨੇ। ਗੁਰੂ ਕੇ ਜਿਹੜੇ ਕੇਸ ਗੁਰੂ ਕੀ ਮੋਹਰ ਕਹਿੰਦੇ ਹਨ, ਉਹ ਖੋਏ ਗਏ। ਜੇ ਗੁਰੂ ਕੀ ਮੋਹਰ ਹੈ ਤੇ ਗੁਰੂ ਦੇ ਕੇਸ ਹੋਏ ਨਾ। ਜੇ ਪੱਗ ਲਾਈ ਹੈ ਤੇ ਕਿਹਦੀ ਪੱਗ ਲਾਈ ਹੈ? ਗੁਰੂ ਦੀ ਪੱਗ ਲਾਈ, ਗੁਰੂ ਦੀ ਪੱਗ ਹੋ ਗਈ ਨਾ। ਕਿੰਨੀ ਬੇਅਦਬੀ ਸਿੱਖਾਂ ਨੇ ਹੁਣ ਤੱਕ ਕੀਤੀ। ਪੁਜਾਰੀ ਹੱਦ ਕਰ ਦਿੰਦਾ। ਆਪਾਂ ਕੇਵਲ ਮਹੰਤ ਨਰੈਣ ਦਾਸ ਦੀ ਗੱਲ ਨਾ ਕਰੀਏ, ਤੁਹਾਨੂੰ ਆਪਣੇ ਆਲੇ ਦੁਆਲੇ ਬੜੇ ਮਹੰਤ ਨਰੈਣ ਨੂੰ ਨਜ਼ਰ ਆਉਣ ਲੱਗ ਪੈਣਗੇ, ਜਿਨ੍ਹਾਂ ਨੇ ਹੁਣ ਤੱਕ ਸਾਕੇ ਵਰਤਾਏ ਨੇ। ਠੀਕ ਹੈ, ਉੱਥੇ ਪੌਣੇ 200 ਸਿੱਖ ਮਾਰਿਆ ਗਿਆ, ਸ਼ਹੀਦ ਹੋ ਗਿਆ, ਤਾਂ ਕਰਕੇ ਸਾਡੇ ਇਤਿਹਾਸ ਦਾ ਇੱਕ ਅੰਕ ਬਣ ਗਿਆ। ਪਰ ਸਾਡੇ ਆਲੇ ਦੁਆਲੇ ਇਹੋ ਜਿਹੇ ਸਾਕੇ ਤੇ ਕਈ ਵਾਰ ਵਰਤੇ ਨੇ। ਪਰ ਕਮਾਲ ਦੀ ਗੱਲ, ਉਹਨਾਂ ਮਹੰਤ ਨਰੈਣੂਆਂ ਤੋਂ ਅਸੀਂ ਆਪਣੀ ਜਾਨ ਨਹੀਂ ਛਡਾਈ। ਉਹ ਬੇਅਦਬੀ ਕਰਦੇ ਨੇ, ਕਿਸੇ ਨਾ ਕਿਸੇ ਢੰਗ ਨਾਲ ਉਹ ਬੇਅਦਬੀ ਕਰੀ ਜਾ ਰਹੇ ਨੇ। ਤੇ ਆਪਾਂ ਕਈ ਵਾਰ ਉਹਨਾਂ ਦਾ ਜਿਹੜਾ ਧਾਰਮਿਕ ਬੁਰਕਾ ਹੈ ਉਹਦੇ ਹੇਠਾਂ ਬੈਠੇ ਹੋਏ ਉਹਨਾਂ ਨਰੈਣੂਆਂ ਨੂੰ ਪਛਾਣਦੇ ਨਹੀਂ। ਸਾਨੂੰ ਲੱਗਦਾ ਮਹੰਤ ਨਰੈਣ ਦਾਸ ਨੇ ਭਗਵੇਂ ਕੱਪੜੇ ਪਾਏ ਸਨ ਤੇ ਉਹਨੇ ਕਿਰਪਾਨ ਨਹੀਂ ਸੀ ਪਾਈ, ਇਸ ਕਰਕੇ ਉਹ ਸਿੱਖ ਨਹੀਂ ਸੀ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਹੁਣ ਜਿਹੜੇ ਨਰੈਣੂ ਤੁਰੇ ਫਿਰਦੇ ਨੇ ਕਿਰਪਾਨਾਂ ਪਾ ਕੇ, ਨੀਲੀਆਂ ਪੀਲੀਆਂ ਪੱਗਾਂ ਬੰਨ੍ਹ ਕੇ, ਪੰਥ ਦੀ ਦੁਹਾਈ ਦੇ ਕੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਨੇ। ਕਈ ਵਾਰ ਉਹ ਬੇਅਦਬੀ ਕਰਾਉਣ ਦੇ ਪੂਰੇ ਕਿਨਾਰੇ ਤੇ ਪਹੁੰਚ ਜਾਂਦੇ ਨੇ ਤੇ ਕੁਦਰਤੀ ਐਸਾ ਵਰਤਾਰਾ ਨਹੀਂ ਵਾਪਰਦਾ, ਪਰ ਬੇਅਦਬੀ ਕਰਾਉਣ ਦੀ ਉਹ ਕੋਈ ਕਸਰ ਨਹੀਂ ਛੱਡਦੇ। ਤੇ ਖਿਮਾ ਕਰਿਓ, ਗੁੱਸਾ ਨਾ ਕਰਿਓ, ਬੇਅਦਬੀ ਅਜਨਾਲੇ ਵੀ ਹੋ ਸਕਦੀ ਸੀ। ਮਹਾਰਾਜ ਨੇ ਇੱਥੇ ਗੱਲ ਕੀਤੀ, ਕਹਿੰਦੇ ਧੋਤੀ ਖੋਲ ਵਿਛਾਏ ਹੇਠ, ਗਰਦਬ ਵਾਂਗੂ ਲਾਹੇ ਪੇਟ, ਪੂਜਾ ਤਿਲਕ ਕਰਤ ਇਸ਼ਨਾਨਾ। ਇਸ਼ਨਾਨ ਵੀ ਕਰਦਾ ਹੈ, ਪੂਜਾ ਵੀ ਕਰਦਾ ਹੈ, ਨਿਸ਼ਾਨੀ ਵੀ ਧਰਮ ਦੀ ਲਾਉਂਦਾ ਹੈ, ਪਰ ਛੁਰੀ ਕਾੜ ਲੇਵੇ ਹੱਥ ਦਾਨਾ। ਛੁਰੀ ਕੱਢ ਕੇ, ਤੁਹਾਡਾ ਕੀ ਲੱਗਦਾ ਕਿ ਪੁਰਾਣੇ ਸਮਿਆਂ 'ਚ ਪੰਡਤ ਛੁਰਾ ਰੱਖਦੇ ਸਨ ਹੱਥ ਵਿੱਚ? ਉਹ ਨਹੀਂ, ਛੁਰੀ ਦਾ ਅਰਥ ਹੈ ਡਰਾਵਾ, ਧਰਮ ਦਾ ਡਰਾਵਾ ਦੇ ਕੇ।
वरां सराफां दा डरावा दे दे के जिवें लोकां दे कोलों वो पूजा दा धान इकट्ठा करदा डरा डरा के किते चलदियां सन लड़ियां खंड पाठ दियां। वो कोई बाबे बारे दस रहे सन, कोई वीर इत्थे दसे कहण लगा जी वो बुक अहे तुसीं किना तुहाडा हर साल बुक हुंदा इस वार। वो कहण लगे जी बाबा जी बड़ा हत्थ टांगे। वो कहण लगा फेर ना कि वो ज्यादा हो गया काम खराब ते हुण जदों इन्नी की गल कहनी अगले बंदे ने डरना नहीं भाई भाई कल नूं फेर ना क्यों दसिया नहीं सी। वो कहण लगे जो डरदे मारे ने बेचारे ने उਸੇ वेले नाम लिखाता जी साडा भी लिख लो एक खंड पाठ साहिब। इहनूं कहंदे ने छुरी कढ के दान लैण डरा के। प्रतੱਖ रूप दे विच छुरा नहीं रखदा पुजारी, पुजारी इवें डरावा दिंदा है। सतगुर सच्चे पातशाह कहंदे ने पूजा तिलक करत इशनाना भाव के बाहरों अडंबर पूरा करदा है धर्मी होण दा ते फिर धर्म दे छुरे दे राही ओ दान लैंदा है। पूजा तिलक करत इशनाना छुरी काढ़ लेवे हथ दाना वेद पढ़े मुख मीठी बाणी। मता सोचियो वो धर्म ग्रंथ का पाठ नहीं करता बल्कि बड़ी लय विच मिठे ढंग नाल लोग कहंदे किन्ने प्यार दे नाल गा रहा है, किन्ने प्यार दे नाल सुना रहा है। वेद पढ़े मुख मीठी बाणी जियां पोहत न संगै प्राणी। जियां पोहत जदों जीवां नूं वढदा है ना उदों संग नहीं आउंदी। धर्म के नां ते जदों कुर्बानियां दिंदा है, जदों बलियां दिंदा है ते जदों उच्ची आवाज में कहंदा तगड़े होवो अगे वध जाओ फिर की मस्या लगणों थोड़ी हट चली है जे तुसीं 2-4 जने मर जाओगे। कुर्बानी दिओ जे गुरु दी गोद दे विच जाके बैठे। मुसलमान इवें कहंदे ने, वो कहंदे ने कि जे स्वर्ग दीयां हूरां मनणीਆਂ ने ते जां धर्म के नां ते खून का एक तुबका भावें वहा दो। मुंडे उस वे नौजवान जिन्होंने समझ घट है तजर्बा घट है बंब बन के तुरंत जाके कई बार तो अपने किस संप्रदा की मस्जिद के विच उड़ा लेंदे ने अपने आप को। पर उन्होंने जदों पुजारी जदों कोई मुलाना इवें ब्रेन वाश करता उन्होंने संग नहीं लगती कि किसी बगाने का पुत मरा रहा हम, किसी का यह भरा है, किसी का यह पुत है, किसी का घर वाला होगा, उन्होंने बिल्कुल संग नहीं। जदों पुजारी वरतदा है ना किसी को उन्होंने बिल्कुल संगा नहीं लगती क्योंकि उन्हें अपना मनोरथ जो उन्हें धर्म रूपी धर्म के सिद्धांतों को अपनी मनोपली बनाया होंदा है अपना दस्त पंजा बनाई रखने वास्ते सब कुछ करता है। आ पाकिस्तान नूं फैक्टरी कहा जाता है अतवाद की हाल वरत रहे भुखमरी का लोग शिकार ने। आ पिछे खबर आई आटे तो 2 बंदे लड़ गए, एक बंदे ने आटे करके दूजे का मर्डर कर दिता। आटा फिर भी नहीं मिले, 1 किलो आटा से आ हाल होया पिया। ते किन्ना ने कीता? उन्हां धर्म पुजारियां ने जिन्होंने उत्थों के राजनीतिक लोग हुण तक वरतदे पए ने। सतगुर कहते ने जियां कोहत न संगे प्राणी। हालांकि महाराज ने बाणी दे विच कहा सी जी बदो सो धर्म कर थापो आ धर्म कहो कत भाए आपस को मुनवर कर थापो काको कहो कसाई। ਜਿਹੜੇ कसाई ने उन्होंने भी बड़े बड़े ब्रह्म ज्ञानी धार्मिक लोग जथेदार कहा जाता है। पुजारी का हाल दसे गुरु साहब उस वेले ब्राह्मण पुजारी की गल कर रहे हैं पर तुसीं अपने आले दुआले वेखो पुजारी इवें दा ही हुंदा है। अपने फायदिਆਂ वास्ते पुजारी कुछ भी कर सकता है। महंत नारायण दास नूं बिल्कुल संग नहीं आई जदों कहंदे घोड़े ते चढ़िया होया सी। घोड़े ते चढ़ कहंदा जी एक भी केसां वाला ते किरपान वाला बच के नहीं जाना चाहिए, खत्म कर दिओ। कुछ जाणियां ने ते इत्थों तक लिखिया कि भाई लक्ष्मण सिंह धारो वाले दी धौन नूं जदों एक वड्डे दात दे नाल उतार दिता गया ते बरछे दे नाल वालां विचों टंग के वो नाल ਜਿਹੜੇ ਕੁੱਟੇ ਮਾਰੇ ਜਾ ਰਹੇ ਨੂੰ ਕਹਿ ਰਹੇ ਆਹ ਵੇਖੋ ਤੁਹਾਡਾ ਜਥੇਦਾਰ, ਆਹ ਵੇਖੋ ਤੁਹਾਡਾ ਜਥੇਦਾਰ। ਕੋਈ ਰੋਜ਼ ਪਾਠ ਕਰਨ ਵਾਲਾ ਇੰਨਾ ਨਿਰਦਈ ਤੁਹਾਡਾ ਕੀ ਲੱਗਦਾ ਹੈ? ਨਾਰਾਇਣ ਦਾਸ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਕਰਦਾ, ਉਹਨੂੰ ਕੰਠ ਹੋਏਗਾ। ਰਹਿ ਰਾਸ ਸਾਹਿਬ ਉਹਨੂੰ ਕੰਠ ਹੋਏਗੀ। ਸੋਹਿਲਾ ਸਾਹਿਬ ਕਰਕੇ ਸੁਣਦਾ ਹੋਏਗਾ, ਬੜਾ ਵਿਸ਼ਵਾਸ ਹੋਏਗਾ ਉਹਦਾ ਧਰਮ ਗ੍ਰੰਥ ਦੇ ਉੱਪਰ। ਪਰ ਮਾਸਾ ਸੰਗ ਨਹੀਂ ਆਈ ਜਦੋਂ ਉਹ ਸਿੱਖਾਂ ਦਾ ਕਤਲੇਆਮ ਕਰਵਾ ਰਿਹਾ ਸੀ। ਪੁਜਾਰੀ अपनी सिखर दिखाता है जदों लगता है कि मेरे फायदियां दे विच कोई बंदा अपनी लत अड़ा रहा। अखीर ते महाराज कहते ने कहो नानक जिस कृपा धारै हिरदा शुद्ध ब्रह्म विचारे। हे नानक
ਜਿਹਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ, ਉਹਦਾ ਹੀ ਹਿਰਦਾ ਸ਼ੁੱਧ ਹੁੰਦਾ ਹੈ ਤੇ ਵਾਹਿਗੁਰੂ ਜੀ ਨੂੰ ਉਹੀ ਜਾਣਦਾ ਹੈ। ਭਾਵ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ ਤਕੜੀ ਸਮਝ ਗਿਆਨ ਉਸੇ ਬੰਦੇ ਨੂੰ ਪ੍ਰਾਪਤ ਹੋ ਸਕਦਾ ਹੈ ਜਿਹਨੇ ਆਪਣੇ ਹਿਰਦੇ ਨੂੰ ਪਹਿਲਾਂ ਗੁਰੂ ਦੇ ਸ਼ਬਦ ਰਾਹੀਂ ਪਵਿੱਤਰ ਕਰ ਲਿਆ। ਨਹੀਂ ਤੇ ਫਿਰ ਜਿਹਨੇ ਲਾਇਆ ਗੱਲੀ ਉਸੇ ਨਾਲ ਹੀ ਉੱਠ ਚੱਲੀ ਵਾਲਾ ਹਿਸਾਬ ਬਣਿਆ ਰਹਿੰਦਾ ਹੈ। ਤੋ ਨਨਕਾਣਾ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਸਾਂ। ਮਹੰਤ ਨਰੈਣ ਦਾਸ ਦੀ ਪਰਸਨੈਲਿਟੀ ਨੂੰ ਜਦੋਂ ਸਾਹਮਣੇ ਰੱਖਦੇ ਹਾਂ ਆਪਾਂ ਤੇ ਉਦੋਂ ਸਾਨੂੰ ਆਪਣੇ ਆਲੇ ਦੁਆਲੇ ਝਾਕ ਮਾਰ ਕੇ ਉਹ ਸਾਰੇ ਮਹੰਤ ਨਰੈਣ ਦਾਸ ਪਹਿਚਾਨਣੇ ਚਾਹੀਦੇ ਨੇ ਜਿਹੜੇ ਅੱਜ ਵੀ ਡੇਰਿਆਂ ਤੇ ਕਬਜ਼ਾ ਕਰਨ ਵਾਸਤੇ ਆਪਣੇ ਭਰਾਵਾਂ ਦਾ ਕਤਲ ਕਰਦੇ ਨੇ, ਜਿਹੜੇ ਪ੍ਰਬੰਧਕ ਰੂਪ ਦੇ ਵਿੱਚ ਕਮੇਟੀਆਂ ਦੇ ਪ੍ਰਬੰਧ ਤੇ ਕਬਜ਼ਾ ਕਰਨ ਵਾਸਤੇ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਨੇ, ਵਾਲ ਪੁੱਟਦੇ ਨੇ, ਤੇ ਜਿਹੜੇ ਧਰਮ ਦੇ ਨਾਂ ਤੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਦੀ ਹਮੇਸ਼ਾ ਸਾਜ਼ਿਸ਼ ਕਰਦੇ ਰਹਿੰਦੇ ਨੇ। ਇਹਦਾ ਅਰਥ ਇਹ ਨਹੀਂ ਕਿ ਸੰਘਰਸ਼ਸ਼ੀਲ ਨਹੀਂ ਹੋਣਾ, ਹੱਕਾਂ ਵਾਸਤੇ ਲੜਨਾ ਨਹੀਂ ਹੈ, ਪਰ ਗੁਰੂ ਕੋਲੋਂ ਸਮਝ ਲੈ ਕੇ ਜਦੋਂ ਅੱਗੇ ਵਧਾਂਗੇ ਤੇ ਫਿਰ ਫਾਇਦਾ ਵੀ ਹੋਏਗਾ। ਨਹੀਂ ਤੇ ਸੰਘਰਸ਼ ਜਿਹੜੇ ਨੇ ਉਹਦੇ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਫਾਇਦਾ ਕੋਈ ਨਹੀਂ ਹੁੰਦਾ। ਸਾਡੀ ਕੌਮ ਤਾਂ ਬੜੀ ਸਿਆਣੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਗ੍ਰੰਥ ਨੂੰ, ਗਿਆਨ ਨੂੰ ਗੁਰੂ ਮੰਨਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਆਪਣੇ ਧਰਮ ਕਰੋ ਸਮਝ ਤੇ ਗਿਆਨ ਬਹੁਤ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।